ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ SST ਮਾਸਟਰ ਕੇਡਰ ਦੀ ਇੱਕ ਨਵੀਂ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਜੈਨਿਜ਼ਮ ਯਾਨੀ ਕਿ ਜੈਨ ਧਰਮ ਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਕਵਰ ਕਰਾਂਗੇ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ SST ਮਾਸਟਰ ਕੇਡਰ ਦੇ 2 ਸੈਸ਼ਨ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਇੰਡਸ ਵੈਲੀ ਸਿਵਲਾਈਜੇਸ਼ਨ ਅਤੇ ਵੈਦਿਕ ਕਲਚਰ ਬਾਰੇ ਪੂਰੀ ਡਿਟੇਲ ਦੇ ਵਿੱਚ ਕਵਰ ਕੀਤਾ ਹੈ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੇ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਜੈਨਿਜ਼ਮ ਦੇ ਬਾਰੇ ਇੱਕ ਫੈਕਟ ਪੂਰੇ ਡਿਟੇਲ ਦੇ ਵਿੱਚ ਕਵਰ ਕਰਾਂਗੇ। ਤਾਂ ਸੈਸ਼ਨ ਨੂੰ ਲਾਸਟ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਪਹਿਲੀ ਸਲਾਈਡ ਦੇ ਵਿੱਚ ਆਪਾਂ ਦੇਖਦੇ ਹਾਂ ਕਾਜ਼ ਆਫ ਰਾਈਜ਼ ਜੈਨਿਜ਼ਮ ਐਂਡ ਬੁੱਧਿਜ਼ਮ। ਜਿਹੜਾ ਜੈਨ ਧਰਮ ਅਤੇ ਬੁੱਧ ਧਰਮ ਸੀ, ਇਹ ਦੋਨੋਂ ਧਰਮ ਪੈਰਲਲ ਚੱਲ ਰਹੇ ਸੀ ਉਸ ਟਾਈਮ 'ਤੇ। ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੈਨ ਧਰਮ ਅਤੇ ਬੁੱਧ ਧਰਮ ਦੇ ਹੋਂਦ ਵਿੱਚ ਆਉਣ ਦਾ ਕਾਰਨ ਕੀ ਹੈ, ਕਿ ਇਹ ਧਰਮ ਕਿਉਂ ਹੋਂਦ ਦੇ ਵਿੱਚ ਆਏ। ਇਸ ਤੋਂ ਪਹਿਲਾਂ ਆਪਾਂ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਪੀਪਲਸ ਦੇ ਬਾਰੇ, ਉਹਨਾਂ ਦੇ ਕਿੱਤੇ ਬਾਰੇ, ਕਿ ਉਹ ਕੀ ਕੰਮ ਕਰਦੇ ਸੀ, ਕਿਵੇਂ ਉਹ ਰਹਿੰਦੇ ਸੀ, ਕਿਵੇਂ ਉਹ ਆਪਣਾ ਜੀਵਨ ਬਸਰ ਕਰਦੇ ਸੀ, ਉਹ ਆਪਾਂ ਪੜ੍ਹ ਕੇ ਆਏ ਹਾਂ। ਉਸ ਤੋਂ ਬਾਅਦ ਆਪਾਂ ਵੈਦਿਕ ਕਲਚਰ ਦੇ ਬਾਰੇ ਪੜ੍ਹਿਆ, ਜਿਹਦੇ ਵਿੱਚ 4 ਵੇਦਾਂ ਦੀ ਰਚਨਾ ਹੋਈ। ਵੈਦਿਕ ਕਲਚਰ ਨੂੰ ਆਪਾਂ 2 ਹਿੱਸਿਆਂ ਦੇ ਵਿੱਚ ਵੰਡਿਆ, ਇੱਕ ਅਰਲੀ ਵੈਦਿਕ, ਇੱਕ ਲੇਟਰ ਵੈਦਿਕ। ਅਰਲੀ ਵੈਦਿਕ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਬਹੁਤ ਵਧੀਆ ਮਾਹੌਲ ਸੀ, ਔਰਤਾਂ ਦੀ ਬਹੁਤ ਰਿਸਪੈਕਟ ਹੁੰਦੀ ਸੀ, ਨੇਚਰ ਦੀ ਉਹ ਪੂਜਾ ਕਰਦੇ ਸੀ। ਜਿਹੜੇ 4 ਵਰਨ ਸਿਸਟਮ ਚੱਲਿਆ ਸੀਗਾ, ਜਿਹਦੇ ਵਿੱਚ ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ ਹੁੰਦੇ ਸੀ, ਤਾਂ ਉਹ ਫਲੈਕਸੀਬਲ ਸੀ। ਫਲੈਕਸੀਬਲ ਮਤਲਬ ਜੇ ਸ਼ੂਦਰ ਦਾ ਕੋਈ ਬੇਟਾ ਹੁੰਦਾ ਸੀ, ਜੇਕਰ ਉਹਨੂੰ ਵੇਦਾਂ ਦੀ ਨੌਲੇਜ ਹੈ ਤਾਂ ਉਹ ਬ੍ਰਾਹਮਣ ਬਣ ਸਕਦਾ ਸੀ। ਜੇਕਰ ਬ੍ਰਾਹਮਣ ਨੂੰ ਬਿਲਕੁਲ ਨੌਲੇਜ ਨਹੀਂ ਤਾਂ ਉਹਨੂੰ ਸ਼ੂਦਰ ਦੇ ਟਾਈਪ ਗਿਣਿਆ ਜਾਂਦਾ ਸੀ, ਤਾਂ ਉਹ ਸ਼ੂਦਰ ਬਣ ਸਕਦਾ ਸੀ। ਬ੍ਰਾਹਮਣ ਸੀ ਜਿਹੜਾ, ਉਹ ਸ਼ੂਦਰ ਬ੍ਰਾਹਮਣ ਬਣ ਸਕਦਾ ਸੀ। ਠੀਕ ਹੈ ਜੀ। ਮਤਲਬ ਇਹ ਫਲੈਕਸੀਬਲ ਸਿਸਟਮ ਸੀ। ਕਹਿਣ ਦਾ ਮਤਲਬ ਇਹ ਹੈ ਕਿ ਇਹ ਰਿਜਿਡ ਨਹੀਂ ਸੀ, ਕਿ ਇਹ ਨਹੀਂ ਕਿ ਜਿਹੜਾ ਬ੍ਰਾਹਮਣ ਦੇ ਘਰ ਜਨਮ ਲਊ ਸਿਰਫ ਉਹੀ ਬ੍ਰਾਹਮਣ ਹੋਊ। ਜਿਹੜੇ ਬੰਦੇ ਨੂੰ ਵੇਦਾਂ ਦੀ ਨੌਲੇਜ ਹੁੰਦੀ ਸੀ ਉਹ ਬ੍ਰਾਹਮਣ ਬਣ ਸਕਦਾ ਸੀ। ਤਾਂ ਉਦੋਂ ਇਹ ਸਿਸਟਮ ਵਧੀਆ ਫਲੈਕਸੀਬਲ ਸੀ, ਬਹੁਤ ਵਧੀਆ ਮਾਹੌਲ ਚੱਲ ਰਿਹਾ ਸੀ। ਬਟ ਜਦੋਂ ਲੇਟਰ ਵੈਦਿਕ ਪੀਰੀਅਡ ਆਪਣਾ ਆਇਆ ਤਾਂ ਉਦੋਂ ਇਹ ਲੋਕ ਜਿਹੜੇ ਹੈ ਕੁਦਰਤ ਤੋਂ ਦੂਰ ਹੋ ਗਏ। ਔਰਤਾਂ ਦੀ ਜਿਹੜੀ ਰਿਸਪੈਕਟ ਹੈ ਉਹ ਵੀ ਬਿਲਕੁਲ ਘੱਟ ਗਈ। ਅਤੇ ਜਿਹੜਾ ਇਹ ਸਿਸਟਮ ਹੈ ਵਰਨ ਸਿਸਟਮ, ਇਹ ਬਹੁਤ ਰਿਜਿਡ ਹੋ ਗਿਆ। ਯਾਨੀ ਕਿ ਜਿਹੜਾ ਬ੍ਰਾਹਮਣ ਦਾ ਬੇਟਾ ਹੁੰਦਾ ਸੀ ਸਿਰਫ ਉਹਨੂੰ ਹੀ ਬ੍ਰਾਹਮਣ ਮੰਨਿਆ ਜਾਂਦਾ ਸੀ, ਬੇਸ਼ੱਕ ਉਹਨੂੰ ਵੇਦਾਂ ਦੀ ਨੌਲੇਜ ਹੈ, ਬੇਸ਼ੱਕ ਨਹੀਂ ਹੈ। ਜੇਕਰ ਸ਼ੂਦਰ ਦਾ ਬੇਟਾ, ਉਹ ਬ੍ਰਾਹਮਣ ਨਹੀਂ ਬਣ ਸਕਦਾ ਸੀ, ਬੇਸ਼ੱਕ ਉਹਨੂੰ ਵੇਦਾਂ ਦੀ ਨੌਲੇਜ ਹੋਵੇ, ਬਟ ਉਹ ਸ਼ੂਦਰ ਦਾ ਬੇਟਾ ਹੈ, ਇਸ ਲਈ ਉਹ ਬ੍ਰਾਹਮਣ ਹੈ, ਨਹੀਂ ਬਣ ਸਕਦਾ। ਠੀਕ ਹੈ ਜੀ। ਤਾਂ ਇਸ ਟਾਈਪ ਦਾ ਸਿਸਟਮ ਅੱਗੇ ਚੱਲ ਪਿਆ ਸੀ, ਜਿਹਨੂੰ ਆਪਾਂ ਰਿਜਿਡ ਕਹਿੰਦੇ ਹਾਂ, ਕਿ ਪੱਕੇ ਤੌਰ 'ਤੇ ਮੰਨ ਲਿਆ ਜਾਂਦਾ ਸੀ ਕਿ ਇਹ ਸ਼ੂਦਰ ਹੈ। ਤਾਂ ਮਤਲਬ ਜਦੋਂ ਲੇਟਰ ਵੈਦਿਕ ਪੀਰੀਅਡ ਆਇਆ ਤਾਂ ਉਸ ਟਾਈਮ 'ਤੇ ਬਹੁਤ ਉਥਲ ਪੁਥਲ ਆਪਾਂ ਕਹਿ ਸਕਦੇ ਹਾਂ ਕਿ ਮੱਚ ਗਈ ਸੀ। ਠੀਕ ਹੈ ਜੀ। ਤਾਂ ਉਹਦੇ ਬਾਰੇ ਆਪਾਂ ਇਹ ਪੜ੍ਹਦੇ ਹਾਂ। ਇਸ ਤੋਂ ਬਾਅਦ ਜਦੋਂ ਆਪਾਂ ਵੈਦਿਕ ਕਲਚਰ ਪੜ੍ਹਦੇ ਹਾਂ, ਇਸ ਤੋਂ ਅੱਗੇ ਜਿਹੜਾ ਸਿਸਟਮ ਆਉਂਦਾ ਹੈ, ਉਹਦੇ ਵਿੱਚ ਆਪਣੇ ਜੈਨਿਜ਼ਮ ਅਤੇ ਬੁੱਧਿਜ਼ਮ ਉੱਭਰ ਕੇ ਸਾਹਮਣੇ ਆਉਂਦੇ ਆ। ਤਾਂ ਇਹੀ ਇਹਨਾਂ ਦਾ ਕਾਰਨ ਹੈ। ਤਾਂ ਇੱਕ ਕਰਕੇ ਇਹਨਾਂ ਦਾ ਕਾਰਨ ਪੜ੍ਹਦੇ ਹਾਂ। ਸਭ ਤੋਂ ਪਹਿਲਾ ਜਿਹੜਾ ਰੀਜ਼ਨ ਹੈ, ਰਿਲੀਜੀਅਸ ਅਨਰੈਸਟ ਇਨ 6th ਸੈਂਚੁਰੀ। 6ਵੀਂ ਸਦੀ ਦੇ ਵਿੱਚ ਰਿਲੀਜੀਅਸ ਅਨਰੈਸਟ ਦਾ ਕੀ ਮਤਲਬ ਹੈ ਕਿ ਲੋਕਾਂ ਦੇ ਵਿੱਚ ਉਥਲ ਪੁਥਲ ਮੱਚੀ ਹੋਈ ਸੀ। ਲੋਕਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਮਤਲਬ ਸਾਡਾ ਇੱਥੇ ਆਉਣ ਦਾ ਮਕਸਦ ਕੀ ਹੈ, ਅਸੀਂ ਕਿਉਂ ਇੱਥੇ ਆਏ ਹਾਂ, ਕਿਹਨੂੰ ਅਸੀਂ ਪਰਮਾਤਮਾ ਮੰਨੀਏ, ਕੌਣ ਸਾਡਾ ਲੀਡਰ ਹੈ। ਠੀਕ ਹੈ ਜੀ। ਕਿਉਂਕਿ ਵੇਦਾਂ ਦੇ ਵਿੱਚ ਉਹਨਾਂ ਨੂੰ ਉਲਝਾ ਰੱਖਿਆ ਸੀ। ਜਿਹੜੇ ਉਸ ਟਾਈਪ ਦੇ ਪ੍ਰੀਸਟ ਹੁੰਦੇ ਸੀ, ਯਾਨੀ ਕਿ ਜਿਹੜੇ ਵੇਦਾਂ ਨੂੰ ਪੜ੍ਹਦੇ ਸੀ, ਜਿਹੜੇ ਆਪਾਂ ਬ੍ਰਾਹਮਣ ਕਹਿ ਸਕਦੇ ਹਾਂ, ਤਾਂ ਉਹਨਾਂ ਨੇ ਲੋਕਾਂ ਨੂੰ ਕਈ ਸੁਪਰਸਟੀਸ਼ੀਅਸ ਦੇ ਵਿੱਚ ਪਾਇਆ ਹੋਇਆ ਸੀ, ਕਈ ਅੰਧ ਵਿਸ਼ਵਾਸਾਂ ਦੇ ਵਿੱਚ ਉਹਨਾਂ ਨੂੰ ਫਸਾ ਰੱਖਿਆ ਸੀ। ਤਾਂ ਉਹਨਾਂ ਦਾ ਸਾਰਾ ਜਿੰਨਾ ਵੀ ਉਹਨਾਂ ਦੀ ਧਨ ਦੌਲਤ ਜਾਂ ਕੁਛ ਵੀ ਉਹਨਾਂ ਕੋਲ ਹੁੰਦਾ ਸੀ, ਤਾਂ ਧਨ ਦੌਲਤ ਤਾਂ ਮਤਲਬ ਉਸ ਟਾਈਮ 'ਤੇ ਜਿਵੇਂ ਆਪਾਂ ਕਹਿ ਸਕਦੇ ਕਿ ਪਸ਼ੂ ਜ਼ਿਆਦਾ ਰੱਖਦੇ ਸੀ। ਠੀਕ ਹੈ ਜੀ। ਤਾਂ ਅਨਾਜ ਹੁੰਦਾ ਸੀ, ਤਾਂ ਉਹ ਚੀਜ਼ਾਂ ਉਹਨਾਂ ਤੋਂ ਲੈ ਜਾਂਦੇ ਸੀ ਦਕਸ਼ਣਾ ਦੇ ਵਿੱਚ। ਤਾਂ ਇਸ ਕਰਕੇ ਲੋਕ ਜਿਹੜੇ ਸੀਗੇ ਕਾਮਨ ਪੀਪਲ, ਉਹਨਾਂ ਦੇ ਉੱਤੇ ਬਹੁਤ ਇਸ ਚੀਜ਼ ਦਾ ਦਬਾਅ ਆ ਰਿਹਾ ਸੀ। ਉਹਨਾਂ ਨੂੰ ਕੁਛ ਸਮਝ ਨਹੀਂ ਆ ਰਿਹਾ ਸੀ ਕਿ ਕੀ ਕੀਤਾ ਜਾਵੇ। ਤਾਂ ਰਿਲੀਜੀਅਸ ਅਨਰੈਸਟ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਕੋਲ ਕੋਈ ਧਰਮ ਨਹੀਂ ਸੀ ਜਿਹਨੂੰ ਉਹ ਮੰਨ ਸਕਣ। ਤਾਂ ਕਰਕੇ ਵੀ ਇਹ ਇੱਕ ਕਾਰਨ ਬਣਦਾ ਜਿਹੜਾ ਕਿ ਜੈਨਿਜ਼ਮ ਅਤੇ ਬੁੱਧਿਜ਼ਮ ਦੇ ਉਥਾਨ ਦਾ ਕਾਰਨ ਬਣਦਾ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਕੰਪਲੈਕਸ ਰਿਚੁਅਲਸ ਐਂਡ ਸੈਕਰੀਫਾਈਸਿਸ ਐਡਵੋਕੇਟਡ ਇਨ ਲੇਟਰ ਵੈਦਿਕ ਪੀਰੀਅਡ ਨਾਟ ਐਕਸੈਪਟੇਬਲ ਟੂ ਕਾਮਨ ਪੀਪਲ। ਰਿਚੁਅਲਸ ਹੁੰਦੇ ਮਤਲਬ ਜਿਹੜੇ ਪੰਡਤਾਂ ਦੇ ਦੁਆਰਾ
ਜਾਂ ਬ੍ਰਾਹਮਣ ਦੇ ਦੁਆਰਾ ਜਿਹੜੇ ਮਹਿੰਗੇ ਮਹਿੰਗੇ ਯੱਗ ਕੀਤੇ ਜਾਂਦੇ ਸੀ, ਹਵਨ ਕੀਤੇ ਜਾਂਦੇ ਸੀ, ਜਿਹੜੇ ਕਿ ਆਮ ਲੋਕਾਂ ਦੇ ਵੱਸ ਦੀ ਗੱਲ ਨਹੀਂ ਸੀ, ਕਿਉਂਕਿ ਇਹਨਾਂ 'ਤੇ ਬਹੁਤ ਜ਼ਿਆਦਾ ਖਰਚਾ ਆਉਂਦਾ ਸੀ। ਐਂਡ ਦੇ ਉੱਤੇ ਮੈਂ ਲਿਖਿਆ ਵੀ ਹੋਇਆ ਬਿਕੋਜ਼ ਦੇ ਆਰ ਸੋ ਐਕਸਪੈਂਸਿਵ, ਕਿਉਂਕਿ ਇਹ ਬਹੁਤ ਮਹਿੰਗੇ ਹੁੰਦੇ ਸੀ। ਇਹਦੇ ਵਿੱਚ ਮਤਲਬ ਬਹੁਤ ਸਾਰਾ ਆਪਾਂ ਨੂੰ ਦਕਸ਼ਣਾ ਦੇ ਵਿੱਚ ਬਹੁਤ ਕੁਛ ਦਾਨ ਪੁੰਨ ਕਰਨਾ ਪੈਂਦਾ ਸੀ, ਤਾਂ ਕਰਕੇ ਇਹ ਆਮ ਲੋਕਾਂ ਦੇ ਵੱਸ ਤੋਂ ਬਾਹਰ ਦੀਆਂ ਗੱਲਾਂ ਸੀ। ਇਹ ਵੀ ਇੱਕ ਕਾਰਨ ਬਣ ਜਾਂਦਾ ਹੈ ਕਿ ਲੋਕ ਇਹਨਾਂ ਧਰਮਾਂ ਦੇ ਕੰਨੀ ਉਹਨਾਂ ਦਾ ਝੁਕਾਅ ਜਿਹੜਾ ਵੱਧ ਹੋਇਆ। ਅਗਲਾ ਜਿਹੜਾ ਆਪਣਾ ਕਾਰਨ ਹੈ, ਟੀਚਿੰਗ ਆਫ ਉਪਨਿਸ਼ਦਸ ਇਜ਼ ਹਾਈਲੀ ਫਿਲੋਸਫੀਕਲ ਐਂਡ ਨਾਟ ਅੰਡਰਸਟੂਡ ਬਾਈ ਆਲ। ਜਿਹੜੀ ਉਪਨਿਸ਼ਦ ਆਪਾਂ ਕਹਿ ਸਕਦੇ ਹਾਂ, ਉਪਨਿਸ਼ਦ ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਗਿਆ ਕਿ ਇਹ ਉਪਨਿਸ਼ਦ ਹੈ ਜਿਹੜੇ ਇਹ ਫਿਲੋਸਫੀ ਦੀਆਂ ਬੁੱਕਸ ਨੇ, ਦਰਸ਼ਨ ਸ਼ਾਸਤਰ ਜਿਹਨੂੰ ਆਪਾਂ ਕਹਿੰਦੇ ਹਾਂ। ਇਹ ਬਹੁਤ ਡੀਪਲੀ ਬੁੱਕਸ ਨੇ, ਡੀਪਲੀ ਇਹਨਾਂ ਦੇ ਵਿੱਚ ਨੌਲੇਜ ਹੈ। ਜੇ ਆਪਾਂ ਇਹਨਾਂ ਨੂੰ ਅੱਜ ਵੀ ਪੜ੍ਹੀਏ ਤਾਂ ਇਹਨਾਂ ਨੂੰ ਇਹ ਸਮਝ ਆਉਣੇ ਬਹੁਤ ਔਖੇ ਨੇ। ਤਾਂ ਇਹ ਫਿਲੋਸਫੀਕਲ ਨੇ, ਠੀਕ ਹੈ ਜੀ। ਤਾਂ ਫਿਲੋਸਫੀਕਲ ਮਤਲਬ ਦਰਸ਼ਨ ਸ਼ਾਸਤਰ, ਫਿਲੋਸਫੀ ਦੇ ਨਾਲ ਸੰਬੰਧਿਤ। ਤਾਂ ਨਾਟ ਅੰਡਰਸਟੂਡ ਬਾਈ ਆਲ, ਸਾਰੇ ਲੋਕ ਇਹਨੂੰ ਨਹੀਂ ਸਮਝ ਸਕਦੇ ਸੀ। ਉਹਨਾਂ ਦੇ ਮਤਲਬ ਜਿਵੇਂ ਆਪਾਂ ਕਹਿੰਦੇ ਨਾ ਕਿ ਸਾਰਾ ਕੁਛ ਉਹਨਾਂ ਦੇ ਉੱਪਰ ਦੀ ਲੰਘ ਜਾਂਦਾ ਸੀ, ਉਹਨਾਂ ਨੂੰ ਕੁਛ ਵੀ ਸਮਝ ਨਹੀਂ ਆਉਂਦਾ ਸੀ। ਤਾਂ ਇਹ ਚੀਜ਼ਾਂ ਤੋਂ ਵੀ ਲੋਕ ਜਿਹੜੇ ਉਹ ਥੱਕ ਹਾਰ ਕੇ ਕਿਸੇ ਨਾ ਕਿਸੇ ਧਰਮ ਵੱਲ ਉਹ ਜਾਣਾ ਚਾਹੁੰਦੇ ਸੀ। ਤਾਂ ਉਸ ਟਾਈਪ 'ਤੇ ਜਦੋਂ ਮਤਲਬ ਉਸ ਟਾਈਮ 'ਤੇ ਜਿਹੜੇ ਧਰਮ ਸਾਹਮਣੇ ਆਏ, ਜੈਨਿਜ਼ਮ ਅਤੇ ਬੁੱਧਿਜ਼ਮ, ਤਾਂ ਲੋਕਾਂ ਦਾ ਝੁਕਾਅ ਉਹਨਾਂ ਵੱਲ ਹੋਣਾ ਲਾਜ਼ਮੀ ਸੀ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਰਿਜਿਡ ਕਾਸਟ ਸਿਸਟਮ ਜਨਰੇਟਡ ਟੈਂਸ਼ਨ ਇਨ ਪੀਪਲ। ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਗਿਆ। ਰਿਜਿਡ ਦਾ ਮਤਲਬ ਹੁੰਦਾ ਕਿ ਪੱਕੇ ਤੌਰ 'ਤੇ ਉਹਨਾਂ ਦੇ ਉੱਤੇ ਮੋਹਰ ਲੱਗ ਜਾਂਦੀ ਸੀ ਕਿ ਜਿਹੜਾ ਬੱਚਾ ਸ਼ੂਦਰ ਦੇ ਘਰ ਪੈਦਾ ਹੋ ਗਿਆ ਉਹ ਸ਼ੂਦਰ ਹੀ ਰਹੂਗਾ ਸਾਰੀ ਉਮਰ, ਠੀਕ ਹੈ ਜੀ। ਉਹਦੇ ਨਾਲ ਦੁਰਵਿਵਹਾਰ ਹੀ ਹੁੰਦਾ ਰਹੂਗਾ ਪੂਰੀ ਉਮਰ, ਜਿੰਨਾ ਟਾਈਮ ਉਹ ਜਿਊਗਾ। ਅਤੇ ਜਿਹੜਾ ਬੱਚਾ ਬ੍ਰਾਹਮਣ ਦੇ ਘਰ ਪੈਦਾ ਹੁੰਦਾ ਸੀ ਉਹ ਪੂਰੀ ਉਮਰ ਉਹ ਰਾਜ ਕਰੂਗਾ, ਠੀਕ ਹੈ ਜੀ। ਪੂਰੀ ਉਮਰ ਉਹ ਰਾਜ ਕਰੂਗਾ ਕਿਉਂਕਿ ਉਹਨੂੰ ਨੌਲੇਜ ਹੈ, ਉਹਨੂੰ ਵੇਦਾਂ ਦੀ ਨੌਲੇਜ ਹੈ, ਇਸ ਕਰਕੇ ਉਹਨੂੰ ਸੁਪੀਰੀਅਰ ਮੰਨਿਆ ਜਾਂਦਾ ਸੀ। ਤਾਂ ਇਹ ਜਿਹੜਾ ਸਿਸਟਮ ਸੀ ਇਹ ਰਿਜਿਡ ਹੋ ਗਿਆ ਸੀ, ਪੱਕੇ ਤੌਰ 'ਤੇ ਮਤਲਬ ਮੋਹਰ ਲਾ ਦਿੱਤੀ ਜਾਂਦੀ ਸੀ ਬੰਦੇ 'ਤੇ ਕਿ ਇਹ ਸ਼ੂਦਰ ਹੈ, ਠੀਕ ਹੈ ਜੀ। ਉਹਨੂੰ ਤਿਆਗ ਦਿੱਤਾ ਜਾਂਦਾ ਸੀ। ਸ਼ੂਦਰਾਂ ਦੀ ਮਤਲਬ ਇੰਨੀ ਕੁ ਦੁਰਦਸ਼ਾ ਹੁੰਦੀ ਸੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਗਿਆ ਕਿ ਜੇਕਰ ਉਹ ਕਿਸੇ ਬਰਤਨ ਨੂੰ ਉਹ ਟੱਚ ਕਰਦੇ ਸੀ ਤਾਂ ਉਹ ਬਰਤਨ ਨੂੰ ਸੁੱਟ ਦਿੱਤਾ ਜਾਂਦਾ ਸੀ, ਠੀਕ ਹੈ ਜੀ। ਤਾਂ ਇੰਨਾ ਕੁ ਬੁਰਾ ਹਾਲ ਸੀ ਕਾਸਟ ਸਿਸਟਮ ਦਾ। ਤਾਂ ਇਹ ਕਾਸਟ ਸਿਸਟਮ ਦੇ ਕਰਕੇ ਜਿਹੜੀ ਟੈਨਸ਼ਨ ਹੋ ਗਈ ਸੀ ਪੀਪਲਸ ਦੇ ਵਿੱਚ, ਕਾਸਟ ਸਿਸਟਮ ਜਿਹੜਾ ਉਸ ਟਾਈਮ 'ਤੇ ਸੀ, ਤਾਂ ਇਹਨੇ ਬਹੁਤ ਸਾਰੀ ਟੈਨਸ਼ਨ ਲੋਕਾਂ ਦੇ ਵਿੱਚ ਪੈਦਾ ਕਰਤੀ ਸੀ। ਜਦੋਂ ਆਪਾਂ ਨੂੰ ਟੈਨਸ਼ਨ ਹੁੰਦੀ ਹੈ ਤਾਂ ਆਪਾਂ ਕਿਸੇ ਨਾ ਕਿਸੇ ਧਰਮ ਦਾ ਸਹਾਰਾ ਜ਼ਰੂਰ ਲੈਂਦੇ ਹਾਂ। ਤਾਂ ਕਰਕੇ ਇਹ ਲੋਕਾਂ ਦਾ ਝੁਕਾਅ ਜਿਹੜਾ ਇਹ ਦੋਨਾਂ ਧਰਮਾਂ ਦੇ ਵੱਲ ਬਹੁਤ ਵਧਿਆ, ਕਿਉਂਕਿ ਇਹ ਧਰਮਾਂ ਜਿਹੜੇ ਜੈਨ ਧਰਮ ਅਤੇ ਬੁੱਧ ਧਰਮ ਹੈ, ਇਹ ਜਿਵੇਂ ਆਪਾਂ ਮਹਾਂਵੀਰ ਜੈਨ ਜਾਂ ਆਪਾਂ ਮਹਾਤਮਾ ਬੁੱਧ ਦੀ ਗੱਲ ਕਰਦੇ ਹਾਂ, ਤਾਂ ਇਹਨਾਂ ਨੇ ਲੋਕਾਂ ਨੂੰ ਸਿੱਧੇ ਰਾਹ ਪਾਇਆ। ਤਾਂ ਓਬਵੀਅਸ ਗੱਲ ਹੈ ਕਿ ਲੋਕਾਂ ਦਾ ਇਹਨਾਂ ਵੱਲ ਜਾਣਾ ਲਾਜ਼ਮੀ ਸੀ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਸੁਪਰਸਟੀਸ਼ੀਅਸ ਬਿਲੀਫਸ ਐਂਡ ਮੰਤਰਾਜ਼ ਕਨਫਿਊਜ਼ਡ ਪੀਪਲ। ਜਿਹੜੇ ਵੇਦਾਂ ਦੇ ਵਿੱਚ ਮੰਤਰ ਸੀਗੇ ਉਹ ਲੋਕਾਂ ਨੂੰ ਕਨਫਿਊਜ਼ ਕਰ ਰਹੇ ਸੀ, ਲੋਕਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੰਤਰਾਂ ਦੇ ਵਿੱਚ ਕੀ ਲਿਖਿਆ, ਠੀਕ ਹੈ ਜੀ। ਤਾਂ ਜਿਹੜੇ ਬ੍ਰਾਹਮਣ ਸੀਗੇ ਮਤਲਬ ਜਿਹੜੇ ਉਸ ਟਾਈਮ 'ਤੇ ਇਹ ਵੇਦਾਂ ਨੂੰ ਉਚਾਰਦੇ ਸੀ, ਜਿਨ੍ਹਾਂ ਨੂੰ ਵੇਦਾਂ ਦੀ ਨੌਲੇਜ ਸੀ, ਤਾਂ ਉਹ ਲੋਕਾਂ ਨੂੰ ਬੇਵਕੂਫ ਬਣਾ ਰਹੇ ਸੀ। ਸੁਪਰਸਟੀਸ਼ੀਅਸ ਹੁੰਦਾ ਮਤਲਬ ਅੰਧ ਵਿਸ਼ਵਾਸ। ਉਹਨਾਂ ਦੇ ਵਿੱਚ ਅੰਧ ਵਿਸ਼ਵਾਸ ਪੈਦਾ ਕਰਦੇ ਸੀ ਕਿ ਜੇਕਰ ਤੁਸੀਂ ਹਵਨ ਨਾ ਕਰਵਾਇਆ ਜਾਂ ਤੁਸੀਂ ਯੱਗ ਨਾ ਕਰਵਾਇਆ ਤਾਂ ਤੁਹਾਡੀ ਮੌਤ ਹੋ ਸਕਦੀ ਹੈ ਜਾਂ ਤੁਹਾਡੇ ਨਾਲ ਕੁਛ ਬੁਰਾ ਹੋ ਸਕਦਾ। ਤਾਂ ਇਸ ਤਰ੍ਹਾਂ ਲੋਕਾਂ ਨੂੰ ਫਸਾਇਆ ਜਾਂਦਾ ਸੀ। ਤਾਂ ਇਹ ਫਸੇ ਹੋਏ ਲੋਕ, ਓਬਵੀਅਸ ਗੱਲ ਹੈ ਕਿ ਜਿਹੜਾ ਆਪਾਂ ਨੂੰ ਕੋਈ ਚੰਗੇ ਰਾਹ ਪਾਊਗਾ, ਕੋਈ ਵੀ ਹੈ ਬੇਸ਼ੱਕ ਉਹ ਬੰਦਾ, ਤਾਂ ਉਹਦੇ ਵੱਲ ਜਾਣਾ ਤਾਂ ਲੋਕਾਂ ਦਾ ਲਾਜ਼ਮੀ ਹੈ। ਤਾਂ ਕਰਕੇ ਇਹ ਜਿਹੜੇ ਬੁੱਧ ਧਰਮ ਅਤੇ ਆਪਾਂ ਜੈਨ ਧਰਮ ਆਪਾਂ ਪੜ੍ਹਾਂਗੇ, ਇਹ ਬਹੁਤ ਪ੍ਰਫੁੱਲਿਤ ਹੋਏ। ਤਾਂ ਇਹ ਜਿਹੜੇ ਰੀਜ਼ਨ ਹੈ, ਇਹ ਮੇਨ ਰੀਜ਼ਨ ਸੀਗੇ ਜੈਨ ਧਰਮ ਅਤੇ ਬੁੱਧ ਧਰਮ ਦੇ ਉਥਾਨ ਦੇ, ਠੀਕ ਹੈ ਜੀ। ਤਾਂ ਕਰਕੇ ਇਹ ਦੋਨੋਂ ਧਰਮ ਰਾਈਜ਼ ਹੋਏ। ਇਹ ਦੋਨੋਂ ਧਰਮ ਪੈਰਲਲ ਚੱਲੇ ਇੱਕ ਦੂਸਰੇ ਦੇ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਤਾਂ ਅੱਗੇ ਆਪਾਂ ਪੜ੍ਹਦੇ ਹਾਂ ਜੈਨ ਧਰਮ ਦੇ ਬਾਰੇ ਪੂਰੇ ਡਿਟੇਲ ਦੇ ਵਿੱਚ ਇੱਕ ਇੱਕ ਫੈਕਟ। ਸਭ ਤੋਂ ਪਹਿਲਾ ਜਿਹੜਾ ਫੈਕਟ ਹੈ ਇਹਦਾ ਫਾਊਂਡਰ, ਠੀਕ ਹੈ ਜੀ। ਫਾਊਂਡਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਇਹਦਾ ਸੰਸਥਾਪਕ ਜੈਨ ਧਰਮ ਦਾ। ਜੈਨ ਧਰਮ ਦੇ ਜਿਹੜੇ ਸੰਸਥਾਪਕ ਸੀਗੇ ਉਹਨਾਂ ਦਾ ਨਾਮ ਸੀ ਰਿਸ਼ਵਨਾਥ। ਰਿਸ਼ਵਨਾਥ ਵੀ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ, ਰਿਸ਼ਵਦੇਵ ਵੀ ਇਹਨਾਂ ਨੂੰ ਕਹਿ ਸਕਦੇ ਹਾਂ, ਕਿਤੇ ਕਿਤੇ ਇਹਨਾਂ ਦਾ ਨਾਮ ਰਿਸ਼ਵਦੇਵ ਵੀ ਆਉਂਦਾ, ਠੀਕ ਹੈ ਜੀ। ਤਾਂ ਇਹ ਇਹਦੇ ਫਾਊਂਡਰ ਸੀ ਜੈਨ ਧਰਮ ਦੇ, ਰਿਸ਼ਵਨਾਥ ਜਾਂ ਰਿਸ਼ਵਦੇਵ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਅਗਲਾ ਜਿਹੜਾ ਆਪਣਾ ਪੁਆਇੰਟ ਹੈ, 24 ਤੀਰਥੰਕਾਰਸ। ਤੀਰਥੰਕਾਰ ਹੁੰਦੇ ਗੁਰੂ, ਠੀਕ ਹੈ ਜੀ। ਜੈਨ ਧਰਮ ਦੇ 24 ਗੁਰੂ ਮੰਨੇ ਜਾਂਦੇ ਨੇ, ਜਿਨ੍ਹਾਂ ਨੂੰ ਜੈਨ ਧਰਮ ਦੇ ਵਿੱਚ ਤੀਰਥੰਕਾਰ ਕਿਹਾ ਜਾਂਦਾ, ਠੀਕ ਹੈ ਜੀ। ਆਲ ਕਸ਼ਤਰੀਅਸ, ਇੱਥੇ ਮੈਂ ਤੁਹਾਡਾ ਇਹ ਕਨਸੈਪਟ ਕਲੀਅਰ ਕਰ ਦਿੱਤਾ ਕਿ ਕਈ ਵਾਰੀ ਨਾ ਇਹਨਾਂ ਦੀ ਕਲੈਨ ਪੁੱਛ ਲੈਂਦੇ ਨੇ ਤੁਹਾਨੂੰ ਕਿ ਜਿਹੜੇ ਮਹਾਂਵੀਰ ਜੈਨ ਸੀ ਉਹ ਕਿਹੜੇ ਕਲੈਨ ਦੇ ਨਾਲ ਸੰਬੰਧ ਰੱਖਦੇ ਸੀ, ਠੀਕ ਹੈ ਜੀ। ਮਤਲਬ ਕਿਹੜੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਜਾਤੀਆਂ ਪ੍ਰਜਾਤੀਆਂ ਅੱਗੇ ਵੰਡੀਆਂ ਹੋਈਆਂ ਸੀ। ਤਾਂ ਬ੍ਰਾਹਮਣ, ਕਸ਼ਤਰੀ, ਵੈਸ਼ ਅਤੇ ਸ਼ੂਦਰ, ਜਿਵੇਂ ਇਹ 4 ਵਰਨ ਸਿਸਟਮ ਬਣੇ ਹੋਏ ਸੀ, ਤਾਂ ਇਹ ਕਿਹੜੇ ਕਲੈਨ ਦੇ ਨਾਲ ਸੰਬੰਧਿਤ ਸੀ? ਤਾਂ ਇਹ ਸੀਗੇ ਖੱਤਰੀ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ ਜੀ। ਖੱਤਰੀ ਕਲੈਨ ਦੇ ਨਾਲ ਸਾਰੇ ਮਤਲਬ 24 ਦੇ 24 ਗੁਰੂ ਜੈਨ ਧਰਮ ਦੇ ਖੱਤਰੀ ਕਲੈਨ ਦੇ ਨਾਲ ਸੰਬੰਧਿਤ ਸੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਪੁਆਇੰਟ ਹੈ।
ਸਭ ਤੋਂ ਪਹਿਲੇ ਤੀਰਥੰਕਾਰ ਤੁਹਾਨੂੰ ਪਤਾ ਹੋਣਾ ਚਾਹੀਦਾ ਕੌਣ ਸੀ? ਰਿਸ਼ਭਨਾਥ, ਜਿਹੜੇ ਇਹਨਾਂ ਦੇ ਫਾਊਂਡਰ ਨੇ, ਰਿਸ਼ਭਦੇਵ ਜਾਂ ਰਿਸ਼ਭਨਾਥ। ਠੀਕ ਹੈ ਜੀ। 23ਵੇਂ ਤੀਰਥੰਕਾਰ ਤੁਹਾਨੂੰ ਪੁੱਛਣਗੇ ਤਾਂ ਉਹਨਾਂ ਦਾ ਨਾਮ ਸੀ ਪਾਰਸ਼ਵਨਾਥ ਜਾਂ ਪਾਰਸ਼ਵ ਦੇਵ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਅਤੇ ਜਿਹੜੇ ਆਪਣੇ ਮਹਾਂਵੀਰ ਜੈਨ, ਜਿਨ੍ਹਾਂ ਬਾਰੇ ਆਪਾਂ ਡਿਟੇਲ ਦੇ ਵਿੱਚ ਪੜ੍ਹਾਂਗੇ, ਉਹ ਆਪਣੇ 24ਵੇਂ ਤੀਰਥੰਕਾਰ ਨੇ। ਲਾਸਟ ਜਿਹੜੇ ਇਹਨਾਂ ਦੇ ਲਾਸਟ ਗੁਰੂ ਸੀ ਜੈਨ ਧਰਮ ਦੇ ਤੀਰਥੰਕਾਰ, ਉਹ ਸੀਗੇ ਵਰਧਮਾਨ ਮਹਾਂਵੀਰ। ਵਰਧਮਾਨ ਇਹਨਾਂ ਦਾ ਬਚਪਨ ਦਾ ਨਾਮ ਸੀ, ਤਾਂ ਵਰਧਮਾਨ ਮਹਾਂਵੀਰ ਇਹਨਾਂ ਦੇ 24ਵੇਂ ਯਾਨੀ ਕਿ ਲਾਸਟ ਗੁਰੂ ਸੀ ਜੈਨ ਧਰਮ ਦੇ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹਨਾਂ ਦੇ ਟਾਈਮ 'ਤੇ ਜੈਨ ਧਰਮ ਮਤਲਬ ਇੱਕ ਪੀਕ 'ਤੇ ਸੀ, ਬਹੁਤ ਪ੍ਰਫੁੱਲਿਤ ਹੋਇਆ ਸੀ। ਠੀਕ ਹੈ ਜੀ। ਤੁਸੀਂ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ ਜੀ। ਤਾਂ ਹੁਣ ਆਪਾਂ ਇਹਨਾਂ ਬਾਰੇ ਡਿਟੇਲ ਦੇ ਵਿੱਚ ਪੜ੍ਹਦੇ ਹਾਂ। ਮਹਾਂਵੀਰ ਜੈਨ ਜੀ ਬਾਰੇ ਆਪਾਂ ਡਿਟੇਲ ਦੇ ਵਿੱਚ ਪੜ੍ਹਦੇ ਹਾਂ। ਇਹਨਾਂ ਦਾ ਜਨਮ ਹੋਇਆ ਸੀ 540 BC ਦੇ ਵਿੱਚ। ਠੀਕ ਹੈ ਜੀ। 540 BC ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ। BC ਯਾਨੀ ਕਿ ਬਿਫੋਰ ਕ੍ਰਾਈਸਟ। ਤਾਂ 540 BC ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਕਿੱਥੇ ਹੋਇਆ ਸੀ? ਕੁੰਡਗ੍ਰਾਮ ਨੀਅਰ ਵੈਸ਼ਾਲੀ। ਅਤੇ ਕਿਹੜੇ ਕਲੈਨ ਦੇ ਵਿੱਚ ਹੋਇਆ ਸੀ? ਖੱਤਰੀਆ ਫੈਮਿਲੀ ਦੇ ਵਿੱਚ। ਇੱਕ ਖੱਤਰੀ ਫੈਮਿਲੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਵਰਧਮਾਨ ਇਹਨਾਂ ਦੇ ਬਚਪਨ ਦਾ ਨਾਮ ਸੀ, ਉਹ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ। ਅਗਲਾ ਜਿਹੜਾ ਪੁਆਇੰਟ ਹੈ, ਮਦਰ ਐਂਡ ਫਾਦਰ। ਇਹਨਾਂ ਦੇ ਮਾਤਾ ਪਿਤਾ ਦਾ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ। ਮਾਤਾ ਦਾ ਨਾਮ ਸੀ ਤਿਰਸਾਲਾ ਅਤੇ ਪਿਤਾ ਦਾ ਨਾਮ ਸੀ ਸਿਧਾਰਥ। ਠੀਕ ਹੈ ਜੀ। ਸਿਧਾਰਥ ਆਪਾਂ ਪੜ੍ਹਾਂਗੇ, ਮਹਾਤਮਾ ਬੁੱਧ ਵੇਲੇ ਵੀ ਆਪਾਂ ਸਿਧਾਰਥ ਪੜ੍ਹਾਂਗੇ, ਉਹ ਕਨਫਿਊਜ਼ ਨਾ ਹੋਇਓ। ਇਹਨਾਂ ਦੇ ਪਿਤਾ ਦਾ ਨਾਮ ਸੀ ਸਿਧਾਰਥ। ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਮਹਾਂਵੀਰ ਜੈਨ ਦੇ ਪਿਤਾ ਦਾ ਨਾਮ ਸੀ ਸਿਧਾਰਥ। ਤਾਂ ਤਿਰਸਾਲਾ ਇਹਨਾਂ ਦੀ ਮਾਤਾ ਸੀ, ਸਿਧਾਰਥ ਇਹਨਾਂ ਦੇ ਪਿਤਾ ਸੀ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਮੈਰਿਡ ਟੂ ਯਸ਼ੋਦਾ। ਠੀਕ ਹੈ ਜੀ। ਤਾਂ ਇਹਨਾਂ ਦੀ ਪਤਨੀ ਦਾ, ਧਰਮ ਪਤਨੀ ਦਾ ਨਾਮ ਸੀ ਯਸ਼ੋਦਾ। ਠੀਕ ਹੈ ਜੀ। ਉਸ ਤੋਂ ਬਾਅਦ ਯਸ਼ੋਦਾ ਨੇ ਇੱਕ ਪੁੱਤਰੀ ਨੂੰ ਜਨਮ ਦਿੱਤਾ ਜਿਹਦਾ ਨਾਮ ਸੀ ਪ੍ਰਿਯਦਰਸੇਨਾ। ਤਾਂ ਇਹ ਮਹਾਂਵੀਰ ਜੈਨ ਦੀ ਪੁੱਤਰੀ ਸੀ ਪ੍ਰਿਯਦਰਸੇਨਾ। ਤਾਂ ਪ੍ਰਿਯਦਰਸੇਨਾ ਦੀ ਅੱਗੇ ਮੈਰਿਜ ਕੀਤੀ ਗਈ, ਕਿਹਦੇ ਨਾਲ ਕੀਤੀ ਗਈ? ਜਮਾਲੀ ਦੇ ਨਾਲ। ਤਾਂ ਜਿਹੜਾ ਜਮਾਲੀ ਸੀ ਉਹ ਇਹਨਾਂ ਦਾ ਫਸਟ ਡਿਸਾਈਪਲ ਬਣਿਆ ਸੀ। ਫਸਟ ਡਿਸਾਈਪਲ ਮਤਲਬ ਪਹਿਲਾ ਫੋਲੋਅਰ ਜਿਹਨੂੰ ਆਪਾਂ ਕਹਿ ਸਕਦੇ ਹਾਂ। ਜਿਹੜੇ ਬੰਦੇ ਨੇ ਸਭ ਤੋਂ ਪਹਿਲਾਂ ਫੋਲੋ ਕੀਤਾ ਸੀ ਮਹਾਂਵੀਰ ਜੈਨ ਨੂੰ, ਤਾਂ ਉਹ ਕੌਣ ਸੀ? ਜਮਾਲੀ, ਇਹਨਾਂ ਦਾ ਦਮਾਦ। ਠੀਕ ਹੈ ਜੀ। ਪ੍ਰਿਯਦਰਸੇਨਾ ਦਾ ਹਸਬੈਂਡ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਬਹੁਤ ਇੰਪੋਰਟੈਂਟ ਪੁਆਇੰਟ ਇਹ ਤੁਹਾਡੇ ਲਈ ਬਣ ਜਾਂਦਾ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਐਟ ਦੀ ਏਜ ਆਫ 30 ਸਾਲ ਦੀ ਉਮਰ ਦੇ ਵਿੱਚ ਹੀ ਬਿਕੇਮ ਐਨ ਅਸੈਟਿਕ। ਮਤਲਬ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ ਕਿ ਜਿਹੜੇ ਮਹਾਂਵੀਰ ਜੈਨ ਅਤੇ ਮਹਾਤਮਾ ਬੁੱਧ ਸੀ, ਇਹ ਮਤਲਬ ਇਹ ਨਹੀਂ ਕਿ ਕਿਸੇ ਗਰੀਬ ਫੈਮਿਲੀ ਦੇ ਵਿੱਚੋਂ ਬਿਲੋਂਗ ਕਰਦੇ ਸੀ। ਇਹ ਬਹੁਤ ਮਤਲਬ ਹਾਈਲੀ ਫੈਮਿਲੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ, ਕਿਉਂਕਿ ਇਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਤਾਂ ਉਹ ਇੱਕ ਰਾਜਾ ਮਹਾਰਾਜਾ ਸੀ। ਰਾਜਾ ਮਹਾਰਾਜਾ ਕੋਈ ਇਹ ਨਹੀਂ ਕਿ ਉਹ ਬਾਹਲੇ ਵੱਡੇ, ਜ਼ਿਆਦਾ ਵੱਡੇ ਮਹਾਰਾਜਾ ਸੀ। ਮਤਲਬ ਉਹਨਾਂ ਦੀ ਇੱਕ ਪ੍ਰਿੰਸਲੀ ਸਟੇਟ, ਆਪਾਂ ਜਿਵੇਂ ਕਹਿ ਦਿੰਦੇ ਹਾਂ ਕਿ ਪ੍ਰਿੰਸ ਜਿਹੜੇ ਆਪਣੇ ਬਣੇ ਹੋਏ ਸੀ, ਪ੍ਰਿੰਸਲੀ ਸਟੇਟ। ਠੀਕ ਹੈ। ਜਿਹੜੇ ਆਪਣੇ ਪ੍ਰਾਂਤ ਬਣੇ ਹੋਏ ਸੀ, ਛੋਟੇ ਛੋਟੇ ਪ੍ਰਾਂਤ ਜਿਹੜੇ ਬਣੇ ਹੋਏ ਸੀ, ਉਹਨਾਂ ਦੇ ਉਹ ਰਾਜੇ ਮਹਾਰਾਜੇ ਸੀ। ਛੋਟੇ ਰਾਜੇ ਮਹਾਰਾਜੇ ਆਪਾਂ ਮੰਨ ਸਕਦੇ ਹਾਂ। ਬਟ ਇਹ ਇੱਕ ਵਧੀਆ ਫੈਮਿਲੀ ਦੇ ਵਿੱਚੋਂ ਬਿਲੋਂਗ ਕਰਦੇ ਸੀ ਮਹਾਂਵੀਰ ਜੈਨ ਅਤੇ ਮਹਾਤਮਾ ਬੁੱਧ। ਤਾਂ 30 ਸਾਲ ਦੀ ਉਮਰ ਦੇ ਵਿੱਚ ਉਹ ਇੱਕ ਸਾਧੂ ਦਾ ਭੇਸ, ਆਪਾਂ ਕਹਿ ਸਕਦੇ ਹਾਂ ਕਿ ਸਾਧੂ ਬਣ ਕੇ ਤਾਂ ਉਹ ਘਰੋਂ ਬਾਹਰ ਚੱਲ ਗਏ, ਆਪਣੀ ਫੈਮਿਲੀ ਨੂੰ ਤਿਆਗ ਦਿੱਤਾ ਉਹਨਾਂ ਨੇ, ਆਪਣੀ ਵਾਈਫ, ਆਪਣੇ ਬੱਚੇ ਸਭ ਨੂੰ ਤਿਆਗ ਕੇ ਉਹ ਸੱਚ ਦੀ ਖੋਜ ਦੇ ਵਿੱਚ 30 ਸਾਲ ਦੀ ਉਮਰ ਦੇ ਵਿੱਚ ਨਿਕਲ ਚੁੱਕੇ ਸੀ। ਤਾਂ ਉਹ 12 ਸਾਲ ਤੱਕ ਮਤਲਬ ਤੁਰਦੇ ਫਿਰਦੇ ਰਹੇ ਇੱਧਰ ਉੱਧਰ ਸੱਚ ਦੀ ਭਾਲ ਦੇ ਵਿੱਚ। ਠੀਕ ਹੈ ਜੀ। ਸੱਚ ਦੀ ਭਾਲ ਕੀ ਹੁੰਦੀ ਹੈ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਮਤਲਬ ਇਹਨਾਂ ਨੂੰ 30 ਸਾਲ ਦੀ ਉਮਰ ਦੇ ਵਿੱਚ ਜਾ ਕੇ ਇਹਨਾਂ ਦੇ ਮਨ ਦੇ ਵਿੱਚ ਇੱਕ ਕਿਉਰਿਓਸਿਟੀ ਆਈ, ਇਹਨਾਂ ਦੇ ਮਨ ਦੇ ਵਿੱਚ ਇੱਕ ਚਿਣਗ ਜਾਗੀ ਕਿ ਸਾਡਾ ਇੱਥੇ ਆਉਣ ਦਾ ਮਕਸਦ ਕੀ ਹੈ। ਇਹ ਰਿਐਲਿਟੀ ਨੂੰ ਜਾਣਨ ਦੇ ਲਈ 12 ਸਾਲ ਤੱਕ ਇਹ ਇੱਧਰ ਉੱਧਰ ਜਾਂਦੇ ਰਹੇ, ਇਹ ਰਿਐਲਿਟੀ ਨੂੰ ਖੋਜਣ ਦੇ ਲਈ। ਪਹਿਲਾਂ ਇਹ ਮਤਲਬ ਇੱਕ ਬਹੁਤ ਵਧੀਆ ਜੀਵਨ ਆਪਣਾ ਬਤੀਤ ਕਰ ਰਹੇ ਸੀ, ਬਹੁਤ ਸੁੱਖ ਸੁਵਿਧਾ ਵਾਲਾ ਆਪਾਂ ਕਹਿ ਸਕਦੇ ਹਾਂ ਕਿ ਜੀਵਨ ਬਤੀਤ ਕਰ ਰਹੇ ਸੀ। ਉਹ ਸਾਰਾ ਸੁੱਖ ਸੁਵਿਧਾ ਵਾਲਾ ਜੀਵਨ ਯਾਨੀ ਕਿ ਤਿਆਗ ਕੇ ਤਾਂ ਇਹ ਬਾਹਰ ਆਪਣਾ ਘਰ-ਬਾਰ ਛੱਡ ਕੇ, ਆਪਣੇ ਮਾਤਾ ਪਿਤਾ ਨੂੰ, ਆਪਣੇ ਵਾਈਫ, ਆਪਣੇ ਬੱਚੇ, ਉਹਨਾਂ ਨੂੰ ਤਿਆਗ ਕੇ ਇਹ ਬਾਹਰ ਚੱਲ ਗਏ ਸੀ। ਤਾਂ ਇੱਕ ਬਹੁਤ ਵੱਡੀ ਗੱਲ ਬਣ ਜਾਂਦੀ ਹੈ ਇਹ। ਠੀਕ ਹੈ ਜੀ। ਤਾਂ ਕਰਕੇ ਇਹਨਾਂ ਨੂੰ ਇੱਕ ਗੁਰੂ ਮੰਨਿਆ ਜਾਂਦਾ ਹੈ। ਠੀਕ ਹੈ ਜੀ। ਇੱਕ ਪਰਮਾਤਮਾ ਦਾ ਦਰਜਾ ਦਿੱਤਾ ਜਾਂਦਾ ਹੈ ਇਸ ਕਰਕੇ, ਕਿਉਂਕਿ ਇਹਨਾਂ ਨੇ ਲੋਕਾਂ ਨੂੰ ਸਿੱਧੇ ਰਾਹ ਪਾਇਆ। ਜਦੋਂ ਇਹਨਾਂ ਨੂੰ ਹਾਈਲੀ ਨੌਲੇਜ, ਹਾਈਐਸਟ ਨੌਲੇਜ ਪ੍ਰਾਪਤ ਹੋਈ। ਹਾਈਐਸਟ ਨੌਲੇਜ ਦਾ ਕੀ ਮਤਲਬ ਹੈ? ਜਦੋਂ ਇਹਨਾਂ ਨੂੰ ਇਹ ਪਤਾ ਲੱਗਿਆ ਕਿ ਸਾਡਾ ਇੱਥੇ ਆਉਣ ਦਾ ਕੀ ਮਕਸਦ ਹੈ, ਜਦੋਂ ਇਹਨਾਂ ਨੂੰ ਇਹ ਚੀਜ਼ ਪਤਾ ਲੱਗੀ ਕਿ ਇੱਥੇ ਕੋਈ ਵੀ ਚੀਜ਼ ਪਰਮਾਨੈਂਟ ਨਹੀਂ। ਠੀਕ ਹੈ ਜੀ। ਤਾਂ ਕਰਕੇ ਇਹਨਾਂ ਦਾ ਜਿਹੜਾ ਮੋਹ ਸੀ ਉਹ ਸਾਰਾ ਟੁੱਟ ਗਿਆ, ਸਾਰੀਆਂ ਚੀਜ਼ਾਂ ਦੇ ਨਾਲ, ਆਪਣੇ ਮਾਤਾ ਪਿਤਾ ਨਾਲ, ਆਪਣੇ ਵਾਈਫ, ਆਪਣੇ ਬੱਚੇ, ਜਿੰਨਾ ਵੀ ਇਹਨਾਂ ਦਾ ਰਾਜ ਭਾਗ ਸੀ, ਉਹ ਸਭ ਚੀਜ਼ਾਂ ਨਾਲ ਇਹਨਾਂ ਦਾ ਮੋਹ ਆ ਜਿਹੜਾ ਉਹ ਤਿਆਗ ਇਹਨਾਂ ਨੇ ਕਰ ਚੁੱਕੇ ਸੀ, ਤਿਆਗ। ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਇਹ ਪਰਮਾਨੈਂਟਲੀ ਚੀਜ਼ਾਂ ਨਹੀਂ, ਇਹ ਮਤਲਬ ਇੱਕ ਜਾਣ ਵਾਲੀਆਂ ਚੀਜ਼ਾਂ ਨੇ, ਇਹ ਆਪਣੇ ਕੋਲੇ ਰਹਿਣੀਆਂ ਨਹੀਂ। ਠੀਕ ਹੈ ਜੀ। ਤਾਂ ਇਹ ਨੌਲੇਜ ਹੁੰਦੀ ਹੈ। ਤਾਂ ਇਹ ਨੌਲੇਜ ਇਹਨਾਂ ਨੂੰ ਪ੍ਰਾਪਤ ਹੋਈ। ਇਹਨਾਂ ਨੇ ਦੁਨੀਆਦਾਰੀ ਨੂੰ ਜਾਣ ਲਿਆ ਸੀ ਕਿ ਕਿਸੇ ਦਾ ਆਪਾਂ ਨੂੰ ਕਿਸੇ ਦਾ ਮਾੜਾ ਨਹੀਂ ਕਰਨਾ ਚਾਹੀਦਾ। ਠੀਕ ਹੈ ਜੀ। ਆਪਾਂ ਨੂੰ ਕਿਸੇ ਜੀਵ ਦੀ ਹੱਤਿਆ ਨਹੀਂ ਕਰਨੀ ਚਾਹੀਦੀ, ਬੇਸ਼ੱਕ ਉਹ ਛੋਟਾ ਜੀਵ ਹੈ, ਬੇਸ਼ੱਕ ਉਹ ਵੱਡਾ ਜੀਵ ਹੈ। ਤਾਂ ਇਹ ਚੀਜ਼ਾਂ ਜਦੋਂ ਇਹਨਾਂ ਨੂੰ ਨੌਲੇਜ ਪ੍ਰਾਪਤ ਹੋਈ ਕਿ ਹਰ ਇੱਕ ਨੂੰ ਜਿਉਣ ਦਾ ਅਧਿਕਾਰ ਹੈ ਅਤੇ ਇੱਥੇ ਕੋਈ ਵੀ ਚੀਜ਼ ਪਰਮਾਨੈਂਟ ਨਹੀਂ ਹੈਗੀ, ਟੈਂਪਰੇਰੀ ਹੈ, ਇੱਕ ਦਿਨ ਉਹਨੇ ਇੱਥੋਂ ਜਾਣਾ। ਤਾਂ ਇਹ ਚੀਜ਼ਾਂ ਇਹਨਾਂ ਨੂੰ ਐਨਲਾਈਟਮੈਂਟ ਹੋਈ। ਐਨਲਾਈਟਮੈਂਟ ਆਪਾਂ ਬੁੱਧ ਧਰਮ ਦੇ ਵਿੱਚ ਯੂਜ਼ ਕਰਾਂਗੇ। ਇੱਥੇ ਇਹਨਾਂ ਨੂੰ ਕਹਾਂਗੇ ਆਪਾਂ ਕੇਵਲ ਲੋਚਨਾ।
ਠੀਕ ਹੈ ਜੀ। ਤਾਂ ਇਹ ਹੁੰਦੀ ਆ ਹਾਈਐਸਟ ਨੌਲੇਜ। ਹਾਈਐਸਟ ਨੌਲੇਜ ਮਤਲਬ ਇਹਨਾਂ ਨੂੰ ਸੱਚ ਪਤਾ ਲੱਗ ਗਿਆ ਕਿ ਇੱਥੇ ਰਿਐਲਿਟੀ ਕੀ ਹੈ। ਜਦੋਂ ਇਹ ਆਪਣੇ ਰਾਜ ਭਾਗ ਨੂੰ ਤਿਆਗ ਕੇ ਇਹ ਬਾਹਰ ਨਿਕਲੇ ਤਾਂ ਇਹਨਾਂ ਨੂੰ ਇਹ ਪਤਾ ਲੱਗਿਆ ਮਹਾਵੀਰ ਜੈਨ ਜੀ ਨੂੰ ਕਿ ਇੱਥੇ ਦੁੱਖ ਵੀ ਹੈ। ਮਤਲਬ ਜ਼ਿਆਦਾਤਰ ਜਿਹੜਾ ਇੱਥੇ ਪਾਇਆ ਜਾਂਦਾ ਉਹ ਦੁੱਖ ਪਾਇਆ ਜਾਂਦਾ, ਠੀਕ ਹੈ ਜੀ। ਤਾਂ ਇਹ ਨਹੀਂ ਕਿ ਸਿਰਫ ਆਪਣੇ ਲਾਈਫ ਦੇ ਵਿੱਚ ਆਪਣੀ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ, ਦੁੱਖ ਵੀ ਆਪਣੇ ਬਹੁਤ ਆਉਣਗੇ। ਤਾਂ ਇਹ ਰਿਐਲਿਟੀ ਇਹਨਾਂ ਨੇ ਜਾਣੀ ਕਿ ਕੋਈ ਵੀ ਚੀਜ਼ ਇੱਥੇ ਪਰਮਾਨੈਂਟ ਨਹੀਂ ਜਿਹਦੇ ਨਾਲ ਆਪਾਂ ਮੋਹ ਪਾਈਏ, ਠੀਕ ਹੈ ਜੀ, ਅਤੇ ਬਾਅਦ ਵਿੱਚ ਆਪਾਂ ਉਹ ਚੀਜ਼ ਕਰਕੇ ਦੁਖੀ ਹੋਈਏ। ਤਾਂ ਇਹ ਸਾਰੀਆਂ ਗੱਲਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਇਹ ਜਦੋਂ ਪਤਾ ਲੱਗਿਆ ਤਾਂ ਇਹ ਇਹਨਾਂ ਨੇ ਗੱਲਾਂ ਲੋਕਾਂ ਤੱਕ ਪਹੁੰਚਾਈਆਂ ਕਿ ਜੋ ਵੀ ਤੁਸੀਂ ਸੁਪਰਸਟੀਸ਼ੀਅਸ ਬਿਲੀਵ ਕਰਦੇ ਹੋ ਕਿ ਇਸ ਤਰ੍ਹਾਂ ਕਰਨ ਨਾਲ ਐਵੇਂ ਹੋ ਜੂ, ਤਾਂ ਇਹ ਕੁਛ ਨਹੀਂ ਹੁੰਦਾ, ਠੀਕ ਹੈ ਜੀ। ਤਾਂ ਇਹ ਵੇਦਾਂ ਨਾਲ ਜਾਂ ਮੰਤਰਾਂ ਨਾਲ ਜਾਂ ਪਸ਼ੂਆਂ ਨੂੰ ਮਾਰ ਕੇ ਉਹਨਾਂ ਦੀਆਂ ਬਲੀਆਂ ਦੇਣੀਆਂ, ਤਾਂ ਇਹ ਚੀਜ਼ਾਂ ਦੇ ਨਾਲ ਕੁਛ ਨਹੀਂ ਹੁੰਦਾ। ਇਹਨਾਂ ਨੇ ਇਹ ਗੱਲਾਂ ਇਹਨਾਂ ਨੇ ਲੋਕਾਂ ਨੂੰ ਦੱਸੀਆਂ, ਠੀਕ ਹੈ ਜੀ। ਤਾਂ ਇਹਨੂੰ ਨੌਲੇਜ ਕਹਿੰਦੇ ਨੇ, ਇਹ ਹਾਈਐਸਟ ਨੌਲੇਜ ਹੈ। ਇਹ ਲੋਕਾਂ ਦੇ ਵਿੱਚ ਵੰਡੀ ਜਦੋਂ ਇਹਨਾਂ ਨੂੰ ਖੁਦ ਨੂੰ ਪਤਾ ਚੱਲੀ, ਠੀਕ ਹੈ ਜੀ। ਤਾਂ ਕਰਕੇ ਇਹਨਾਂ ਨੂੰ ਇੱਕ ਪਰਮਾਤਮਾ ਦਾ ਦਰਜਾ ਦਿੱਤਾ ਗਿਆ। ਤਾਂ ਤੁਸੀਂ ਇਹ ਚੀਜ਼ ਫੀਲ ਵੀ ਕਰ ਸਕਦੇ ਹੋ ਕਿ ਉਸ ਟਾਈਮ 'ਤੇ ਜਿਹੜੇ ਲੋਕ ਸੀ ਉਹ ਬਿਲਕੁਲ ਭਟਕੇ ਹੋਏ ਸੀ, ਠੀਕ ਹੈ ਜੀ। ਉਹਨਾਂ ਨੂੰ ਕੁਛ ਸਮਝ ਨਹੀਂ ਆ ਰਿਹਾ ਸੀ ਕਿ ਅਸੀਂ ਕਿੱਧਰ ਜਾ ਰਹੇ ਹਾਂ, ਕੀ ਅਸੀਂ ਕਰਨਾ ਲਾਈਫ ਦੇ ਵਿੱਚ, ਠੀਕ ਹੈ ਜੀ। ਕਿਉਂਕਿ ਪੰਡਤਾਂ ਨੇ ਜਿਹੜੇ ਵੇਦਾਂ ਦਾ ਉਚਾਰਨ ਕਰ ਰਹੇ ਸੀ, ਬ੍ਰਾਹਮਣ, ਤਾਂ ਉਹਨਾਂ ਨੇ ਲੋਕਾਂ ਨੂੰ ਉਲਝਾਇਆ ਹੋਇਆ ਸੀ, ਠੀਕ ਹੈ ਜੀ। ਤਾਂ ਉਹ ਉਲਝਣ ਦੇ ਵਿੱਚੋਂ ਜਦੋਂ ਕੋਈ ਵੀ ਬੰਦਾ ਆ ਕੇ ਲੋਕਾਂ ਨੂੰ ਕੱਢੂਗਾ ਤਾਂ ਓਬਵੀਅਸ ਗੱਲ ਹੈ ਕਿ ਉਹ ਬੰਦਾ ਉਹਨਾਂ ਦੇ ਲਈ ਪਰਮਾਤਮਾ ਦਾ ਰੂਪ ਹੋਊਗਾ, ਠੀਕ ਹੈ ਜੀ। ਜਿਹੜੇ ਬੰਦੇ ਨੇ ਇਹਨਾਂ ਰਾਜ ਭਾਗ ਛੱਡ ਕੇ ਇੱਕ ਸੱਚ ਦੀ ਖੋਜ ਦੇ ਲਈ ਆਪਣਾ ਸਾਰਾ ਕੁਝ ਤਿਆਗ ਦਿੱਤਾ, ਠੀਕ ਹੈ ਜੀ। ਤਾਂ 12 ਸਾਲ ਤੱਕ ਮਹਾਵੀਰ ਜੈਨ ਜੀ ਇੱਧਰ ਉੱਧਰ ਘੁੰਮਦੇ ਰਹੇ ਅਤੇ 13 ਸਾਲ ਤੋਂ ਬਾਅਦ ਘੁੰਮਣ ਤੋਂ ਬਾਅਦ ਉਹਨਾਂ ਨੂੰ ਹੀ ਅਟੇਨਡ ਹਾਈਐਸਟ ਨੌਲੇਜ, ਮਤਲਬ ਇੱਕ ਉੱਚ ਪੱਧਰ ਦੀ ਜਾਣਕਾਰੀ ਜਿਵੇਂ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਪ੍ਰਾਪਤ ਹੋਈ। ਸੱਚ ਦਾ ਉਹਨਾਂ ਨੂੰ ਗਿਆਨ ਹੋਇਆ ਕਿ ਰਿਐਲਿਟੀ ਕੀ ਹੈ ਇੱਥੇ ਆਪਣੀ ਆਉਣ ਦੀ। ਤਾਂ ਉਹਨੂੰ ਕੀ ਕਿਹਾ ਜਾਂਦਾ ਜੈਨ ਧਰਮ ਦੇ ਵਿੱਚ, ਉਹਨੂੰ ਕਿਹਾ ਜਾਂਦਾ ਕੇਵਲਯ ਜਨਾ, ਠੀਕ ਹੈ ਜੀ। ਜਨਾ, ਕੇਵਲਯ ਜਨਾ ਤੋਂ ਜਿਹੜਾ ਸ਼ਬਦ ਬਣਿਆ ਉਹ ਬਣਿਆ ਜਿਨਾ, ਅਤੇ ਜਿਨਾ ਤੋਂ ਜਿਹੜਾ ਸ਼ਬਦ ਬਣਿਆ ਉਹ ਅੱਗੇ ਬਣਿਆ ਜੈਨ। ਤਾਂ ਮਹਾਵੀਰ, ਮਹਾ ਯਾਨੀ ਕਿ ਇੱਕ ਬਹੁਤ ਉੱਚ ਪੱਧਰ ਦੇ ਆਦਮੀ, ਠੀਕ ਹੈ ਜੀ। ਤਾਂ ਮਹਾਵੀਰ ਇਹਨਾਂ ਦਾ ਨਾਮ ਤਾਂ ਕਰਕੇ ਪਿਆ ਸੀ ਕਿਉਂਕਿ ਇਹਨਾਂ ਨੂੰ ਹਾਈਐਸਟ ਨੌਲੇਜ ਪ੍ਰਾਪਤ ਹੋਈ ਸੀ ਅਤੇ ਲੋਕਾਂ ਦੇ ਵਿੱਚ ਇਹਨਾਂ ਨੇ ਆ ਕੇ ਵੰਡੀ ਸੀ। ਤਾਂ ਇਹ ਤੁਸੀਂ ਯਾਦ ਰੱਖਿਓ, ਤਾਂ ਬਹੁਤ ਇੰਪੋਰਟੈਂਟ ਤੁਹਾਡੇ ਲਈ ਇਹ ਬਣ ਜਾਂਦਾ। ਤਾਂ ਕੇਵਲਯ ਜਨਾ ਤੋਂ ਜਿਨਾ ਬਣਿਆ ਅਤੇ ਜਿਨਾ ਤੋਂ ਅੱਗੇ ਜੈਨ ਬਣ ਗਿਆ, ਠੀਕ ਹੈ ਜੀ। ਤਾਂ ਆਪਾਂ ਅੱਗੇ ਪੜ੍ਹਦੇ ਹਾਂ। ਅਗਲਾ ਜਿਹੜਾ ਪੁਆਇੰਟ ਹੈ, ਹਿਜ਼ ਫੋਲੋਅਰਸ ਵਰ ਕਾਲਡ ਜੈਨਸ ਐਂਡ ਹਿਜ਼ ਰਿਲੀਜਨ ਕਾਲਡ ਜੈਨਿਜ਼ਮ। ਤਾਂ ਜਿੰਨੇ ਵੀ ਇਹਨਾਂ ਦੇ ਫੋਲੋਅਰ ਨੇ ਉਹਨਾਂ ਨੂੰ ਜੈਨਸ ਕਿਹਾ ਜਾਂਦਾ ਅਤੇ ਇਹਨਾਂ ਦੇ ਰਿਲੀਜਨ ਨੂੰ ਕਿਹਾ ਜਾਂਦਾ ਜੈਨਿਜ਼ਮ, ਜੈਨ ਧਰਮ, ਠੀਕ ਹੈ ਜੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਹੀ ਪ੍ਰੀਚਡ ਹਿਜ਼ ਡਾਕਟਰਾਈਨ ਫॉर 30 years ਐਂਡ ਡਾਈਡ ਐਟ 72 ਐਟ ਪਾਵਾ ਨੀਅਰ ਰਾਜਗ੍ਰਹਿ, ਠੀਕ ਹੈ ਜੀ। ਤਾਂ ਉਹਨਾਂ ਨੇ ਆਪਣਾ ਉਪਦੇਸ਼ ਦਿੱਤਾ 30 ਸਾਲ ਤੱਕ, ਮਤਲਬ ਉਹ ਆਪਣਾ ਉਪਦੇਸ਼ ਲੋਕਾਂ ਦੇ ਵਿੱਚ ਵੰਡਦੇ ਰਹੇ, ਲੋਕਾਂ ਨੂੰ ਦੱਸਦੇ ਰਹੇ ਕਿ ਭਾਈ ਤੁਸੀਂ ਇਹ ਚੀਜ਼ਾਂ ਦੇ ਵਿੱਚ ਨਾ ਫਸੋ, ਠੀਕ ਹੈ ਜੀ। ਕਿਸੇ ਨਾਲ ਮੋਹ ਨਾ ਪਾਓ, ਜਾਂ ਕੋਈ ਵੀ ਚੀਜ਼ ਇੱਥੇ ਪਰਮਾਨੈਂਟ ਨਹੀਂ ਹੈਗੀ, ਸਾਰੀਆਂ ਚੀਜ਼ਾਂ ਟੈਂਪਰੇਰੀ ਨੇ, ਠੀਕ ਹੈ ਜੀ। ਤਾਂ ਇਹ ਪੈਸਾ ਟਕਾ ਜੋ ਵੀ ਹੈ, ਠੀਕ ਹੈ ਜੀ। ਤਾਂ ਜੀਵ ਹੱਤਿਆ ਨਾ ਕਰੋ। ਤੁਸੀਂ ਦੇਖਿਓ ਕਿ ਜਿਹੜੇ ਜੈਨ ਧਰਮ ਦੇ ਲੋਕ ਹੁੰਦੇ ਨੇ, ਜਿਹੜੇ ਜੈਨ ਧਰਮ ਦੇ ਫੋਲੋਅਰ ਹੁੰਦੇ ਨੇ, ਉਹ ਹਮੇਸ਼ਾ ਨੰਗੇ ਪੈਰੀਂ ਤੁਰਦੇ ਨੇ, ਠੀਕ ਹੈ ਜੀ। ਪੈਰਾਂ ਦੇ ਵਿੱਚ ਉਹ ਕੁਛ ਨਹੀਂ ਪਾਉਂਦੇ ਅਤੇ ਮੂੰਹ ਦੇ ਉੱਤੇ ਆਪਣੇ ਮਾਸਕ ਪਹਿਨ ਕੇ ਰੱਖਦੇ ਨੇ। ਉਹ ਇਸ ਕਰਕੇ ਕਿ ਕਿਸੇ ਜੀਵ ਦੀ ਹੱਤਿਆ ਨਾ ਹੋਵੇ ਅਤੇ ਮੂੰਹ ਦੇ ਵਿੱਚ ਉਹ ਕੁਛ ਗਲਤ ਸ਼ਬਦ ਕਿਸੇ ਨੂੰ ਉਚਾਰਨ ਨਾ ਕਰਨ, ਠੀਕ ਹੈ ਜੀ। ਤਾਂ ਇਹ ਚੀਜ਼ਾਂ ਸਾਰੀਆਂ ਉਹ ਧਿਆਨ ਰੱਖਦੇ ਨੇ, ਬਹੁਤ ਮਤਲਬ ਇੱਕ ਡੈਡੀਕੇਸ਼ਨ ਦੇ ਨਾਲ ਆਪਣੇ ਧਰਮ ਨੂੰ ਫੋਲੋ ਕਰਦੇ ਨੇ। ਤਾਂ ਇਹ ਚੀਜ਼ਾਂ ਸਿਖਾਈਆਂ ਗਈਆਂ ਮਹਾਵੀਰ ਜੈਨ ਦੇ ਵੱਲੋਂ ਕਿ ਆਪਾਂ ਕਿਸੇ ਵੀ ਜੀਵ ਦੀ ਹੱਤਿਆ ਨਹੀਂ ਕਰਨੀ, ਬੇਸ਼ੱਕ ਉਹ ਛੋਟੇ ਤੋਂ ਛੋਟਾ, ਆਪਾਂ ਕੀੜੀ ਆਪਾਂ ਕਹਿ ਸਕਦੇ ਹਾਂ ਕਿ ਕੀੜੀ ਇੱਕ ਸਭ ਤੋਂ ਛੋਟਾ ਜੀਵ ਹੈ, ਠੀਕ ਹੈ। ਕੀੜੀ ਤੋਂ ਵੀ ਛੋਟੇ ਜੀਵ ਵੈਸੇ ਤਾਂ ਹੈਗੇ ਨੇ, ਬਟ ਇੱਕ ਆਪਾਂ ਐਗਜ਼ਾਮਪਲ ਦੇ ਤੌਰ 'ਤੇ ਲਾ ਲਓ ਵੀ ਇੱਕ ਜਿਹੜੀ ਕੀੜੀ ਹੈ, ਠੀਕ ਹੈ, ਮਤਲਬ ਉਹ ਸਭ ਤੋਂ ਛੋਟਾ ਜੀਵ ਹੈ। ਤਾਂ ਉਹਦੇ ਲਈ ਵੀ ਇਹ ਕਹਿੰਦੇ ਨੇ ਕਿ ਉਹਦੀ ਵੀ ਮੌਤ ਨਹੀਂ ਮਤਲਬ ਹੋਣੀ ਚਾਹੀਦੀ, ਉਹਨੂੰ ਆਪਾਂ ਮਾਰੀਏ ਨਾ, ਠੀਕ ਹੈ ਜੀ। ਇਹ ਮਤਲਬ ਇੱਕ ਆਪਾਂ ਕਹਿ ਸਕਦੇ ਹਾਂ ਕਿ ਹਿੰਸਾ ਦੇ ਵਿੱਚ ਇਹ ਵਿਸ਼ਵਾਸ ਨਹੀਂ ਕਰਦੇ, ਅਹਿੰਸਾ ਦੇ ਵਿੱਚ ਵਿਸ਼ਵਾਸ ਕਰਦੇ ਨੇ ਕਿ ਜੀਵ ਹੱਤਿਆ ਤਾਂ ਆਪਾਂ ਕਰਨੀ ਨਹੀਂ, ਠੀਕ ਹੈ ਜੀ। ਤਾਂ ਇਹ ਤੁਸੀਂ ਦੇਖਿਓ ਜੈਨ ਧਰਮ ਦੇ ਜਿੰਨੇ ਵੀ ਫੋਲੋਅਰ ਹੁੰਦੇ ਨੇ ਉਹ ਚੀਜ਼ ਨੂੰ ਫੋਲੋ ਕਰਦੇ ਨੇ, ਠੀਕ ਹੈ ਜੀ। ਤਾਂ ਉਹਨਾਂ ਨੇ 30 ਸਾਲ ਤੱਕ ਆਪਣਾ ਇਹ ਸੰਦੇਸ਼ ਲੋਕਾਂ ਦੇ ਵਿੱਚ ਵੰਡਿਆ ਅਤੇ 72 ਸਾਲ ਦੀ ਉਮਰ ਦੇ ਵਿੱਚ ਤਾਂ ਉਹ ਮਤਲਬ ਆਪਣੇ ਸਰੀਰ ਨੂੰ ਤਿਆਗ ਗਏ, ਠੀਕ ਹੈ ਜੀ। ਪਾਵਾਪੁਰੀ ਨੀਅਰ ਰਾਜਗ੍ਰਹਿ ਦੇ ਵਿੱਚ ਤਾਂ ਉਹ ਆਪਣੇ ਸਰੀਰ ਨੂੰ ਛੱਡ ਗਏ ਸੀ 72 ਸਾਲ ਦੀ ਉਮਰ ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ, ਤਾਂ ਬਹੁਤ ਇੰਪੋਰਟੈਂਟ ਤੁਹਾਡੇ ਲਈ ਇਹ ਬਣ ਜਾਂਦਾ ਹੈ। ਇਸ ਤੋਂ ਬਾਅਦ ਆਪਾਂ ਇਹਨਾਂ ਦੀਆਂ ਟੀਚਿੰਗਸ ਪੜ੍ਹਦੇ ਹਾਂ ਜਿਹੜੀਆਂ ਆਪਾਂ ਨੂੰ ਮਹਾਵੀਰ ਜੀ ਨੇ ਟੀਚਿੰਗ ਦਿੱਤੀਆਂ ਨੇ। ਸਭ ਤੋਂ ਪਹਿਲਾਂ ਤਾਂ ਮਹਾਵੀਰ ਰਿਜੈਕਟਡ ਦੀ ਅਥੋਰਿਟੀ ਆਫ ਵੇਦਾਸ ਐਂਡ ਓਬਜੈਕਟਡ ਟੂ ਵੈਦਿਕ ਰਿਚੁਅਲਸ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਵੇਦਾਂ ਦੀ ਜਿੰਨੀ ਵੀ ਅਥੋਰਿਟੀ ਸੀ ਉਹਨੂੰ ਰਿਜੈਕਟ ਕਰਤਾ, ਠੀਕ ਹੈ ਜੀ। ਕਿਉਂਕਿ ਜਿਹੜੇ ਬ੍ਰਾਹਮਣ ਸੀ ਉਸ ਟਾਈਮ ਦੇ, ਠੀਕ ਹੈ ਜੀ, ਤਾਂ ਜਿਨ੍ਹਾਂ ਨੇ ਲੋਕਾਂ ਨੂੰ ਭਰਮਾਂ ਦੇ ਵਿੱਚ, ਵਹਿਮਾਂ ਦੇ ਵਿੱਚ ਪਾਇਆ ਹੋਇਆ ਸੀ, ਵੇਦਾਂ ਦੇ ਬਾਰੇ ਉਹ ਗਲਤ ਕੰਟੈਕਸਟ ਦੇ ਵਿੱਚ ਉਹਨਾਂ ਨੂੰ ਦੱਸ ਰਹੇ ਸੀ, ਗਲਤ ਐਕਸਪਲੇਨੇਸ਼ਨ ਵੇਦਾਂ ਦਾ ਕਰ ਰਹੇ ਸੀ। ਤਾਂ ਉਹ ਅਥੋਰਿਟੀ ਨੂੰ ਇਹਨਾਂ ਨੇ ਕੈਂਸਲ ਕਰਤਾ ਕਿ ਇਹ ਚੀਜ਼ ਗਲਤ ਹੈ। ਓਬਜੈਕਟਡ ਮਤਲਬ ਓਬਜੈਕਸ਼ਨ ਲਾਤਾ ਵੈਦਿਕ ਰਿਚੁਅਲਸ 'ਤੇ।
ਰਿਚੁਅਲਸ ਮਤਲਬ ਜਿਹੜੇ ਉਹੀ ਮਤਲਬ ਜਿਹੜੇ ਹਵਨ ਹੁੰਦੇ ਸੀ, ਮਹਿੰਗੇ ਮਹਿੰਗੇ ਯੱਗ ਹੁੰਦੇ ਸੀ, ਇਹ ਕਹਿੰਦੇ ਵੀ ਇਹ ਗੱਲਾਂ ਦਾ ਕੋਈ ਮਤਲਬ ਨਹੀਂ ਰਹਿੰਦਾ, ਠੀਕ ਹੈ ਜੀ, ਇਹਦੇ ਨਾਲ ਤੁਹਾਨੂੰ ਕੁਛ ਨਹੀਂ ਮਿਲਣ ਵਾਲਾ। ਤਾਂ ਇਹ ਉਹਨਾਂ ਨੂੰ ਓਬਜੈਕਟ ਕਰਤਾ ਸੀ, ਉਹਨਾਂ ਨੇ ਓਬਜੈਕਸ਼ਨ ਲਾਤੀ ਸੀ, ਮਹਾਵੀਰ ਜੀ ਨੇ ਬਿਲਕੁਲ ਕਾਟਾ ਫੇਰਤਾ ਸੀ ਇਹਨਾਂ ਦੀ, ਠੀਕ ਹੈ, ਇਹ ਤੁਸੀਂ ਯਾਦ ਰੱਖਿਓ। ਇਸ ਤੋਂ ਬਾਅਦ ਇੱਕ ਤ੍ਰਿਰਤਨ ਨੇ ਜੈਨਿਜ਼ਮ ਦੇ, ਇਹ ਬਹੁਤ ਇੰਪੋਰਟੈਂਟ ਨੇ, ਠੀਕ ਹੈ, ਰਾਈਟ ਫੇਥ, ਰਾਈਟ ਨੌਲੇਜ ਅਤੇ ਰਾਈਟ ਕੰਡਕਟ, ਇਹ ਯਾਦ ਰੱਖਿਓ। ਤਾਂ ਇਹ ਤੁਹਾਨੂੰ ਪੁੱਛੇ ਵੀ ਜਾ ਸਕਦੇ ਨੇ ਪੇਪਰਾਂ ਦੇ ਵਿੱਚ, ਬਹੁਤ ਵਾਰ ਪੁੱਛੇ ਗਏ ਨੇ ਕਿ ਇਹਨਾਂ ਦੇ ਤ੍ਰਿਰਤਨ ਦੱਸੋ ਕਿਹੜੇ ਨੇ ਜੈਨਿਜ਼ਮ ਦੇ। ਤਾਂ ਰਾਈਟ ਫੇਥ, ਰਾਈਟ ਨੌਲੇਜ ਅਤੇ ਰਾਈਟ ਕੰਡਕਟ। ਰਾਈਟ ਫੇਥ ਮਤਲਬ ਤੁਹਾਨੂੰ ਚੰਗਾ, ਮਤਲਬ ਜਿਹੜਾ ਸਹੀ ਵਿਸ਼ਵਾਸ ਹੋਣਾ ਚਾਹੀਦਾ, ਇਹ ਨਹੀਂ ਕਿ ਅੱਖਾਂ ਬੰਦ ਕਰਕੇ ਕਿਸੇ 'ਤੇ ਵੀ ਵਿਸ਼ਵਾਸ ਕਰ ਲਓ। ਤਾਂ ਜਿਹੜਾ ਫੇਥ ਕਰਨਾ ਉਹ ਤੁਹਾਨੂੰ ਸਹੀ ਹੋਣਾ ਚਾਹੀਦਾ, ਤੁਹਾਡੀਆਂ ਅੱਖਾਂ ਖੁੱਲ੍ਹੀਆਂ ਹੋਣੀਆਂ ਚਾਹੀਦੀਆਂ ਜਿਹੜਾ ਵਿਸ਼ਵਾਸ ਕਰਨਾ। ਨੌਲੇਜ ਤੁਹਾਨੂੰ ਜਿੰਨੀ ਵੀ ਹੋਣੀ ਚਾਹੀਦੀ ਹੈ ਜਾਣਕਾਰੀ, ਉਹ ਰਾਈਟ ਹੋਣੀ ਚਾਹੀਦੀ ਹੈ, ਨਾ ਕਿ ਰੋਂਗ, ਠੀਕ ਹੈ ਜੀ। ਜੇ ਤੁਹਾਨੂੰ ਰੋਂਗ ਹੋਊ ਤਾਂ ਤੁਹਾਡੇ ਮਾਈਂਡ ਦੇ ਵਿੱਚ ਨੈਗੇਟਿਵ ਥਾਊਟਸ ਆਉਣਗੇ, ਉਹ ਤੁਹਾਨੂੰ ਗਲਤ ਪਾਸੇ ਲੈ ਕੇ ਜਾਣਗੇ। ਤਾਂ ਨੌਲੇਜ ਤੁਹਾਡੀ ਸਹੀ ਹੋਣੀ ਚਾਹੀਦੀ ਹੈ। ਰਾਈਟ ਕੰਡਕਟ ਯਾਨੀ ਕਿ ਜਿਹੜਾ ਤੁਸੀਂ ਜੀਵਨ ਬਸਰ ਕਰਨਾ, ਜੀਵਨ ਤੁਸੀਂ ਜਿਉਣਾ, ਉਹਦੇ ਵਿੱਚ ਤੁਸੀਂ ਸਹੀ ਜੀਵਨ ਜਿਉਣਾ, ਯਾਨੀ ਕਿ ਅਹਿੰਸਾ, ਜਿਵੇਂ ਆਪਾਂ ਕਹਿ ਸਕਦੇ ਹਾਂ, ਸੱਤਿਆ ਹੋ ਗਿਆ, ਅਸੱਤਿਆ ਹੋ ਗਿਆ, ਅਪਹਰਿਗ੍ਰਾਹਾ ਹੋ ਗਿਆ, ਬ੍ਰਹਮਚਾਰਿਆ ਹੋ ਗਿਆ, ਠੀਕ ਹੈ ਜੀ। ਤਾਂ ਇਹ ਚੀਜ਼ਾਂ ਤੁਸੀਂ ਫੋਲੋ ਕਰਨੀਆਂ ਨੇ। ਤਾਂ ਇਹ ਮਤਲਬ ਅੱਗੇ ਵੀ ਇਹਨਾਂ ਦੇ ਸਬ ਪਾਰਟ ਬਣੇ ਹੋਏ ਨੇ, ਜਿਵੇਂ ਕਿ ਰਾਈਟ ਨੌਲੇਜ ਦੇ ਵਿੱਚ ਅਨੇਕਾਂਤਵਾਦ ਹੋ ਗਿਆ। ਅਨੇਕਾਂਤਵਾਦ ਯਾਨੀ ਕਿ ਰਿਐਲਿਟੀਜ਼ ਕਾਫੀ ਹੁੰਦੀਆਂ ਨੇ, ਇਹ ਨਹੀਂ ਕਿ ਇੱਕ ਰਿਐਲਿਟੀ ਹੁੰਦੀ ਹੈ, ਇੱਕ ਗੱਲ ਦੇ ਕਈ ਪੱਖ ਹੁੰਦੇ ਨੇ, ਇਹ ਅਨੇਕਾਂਤਵਾਦ ਹੋ ਗਿਆ, ਠੀਕ ਹੈ ਜੀ। ਨਿਆਂਵਾਦ ਹੋ ਗਿਆ, ਠੀਕ ਹੈ ਜੀ, ਇਹ ਵੀ ਮਤਲਬ ਇੱਕ ਰਿਐਲਿਟੀ ਦੇ ਨਾਲ ਰਿਲੇਟਡ ਇੱਕ ਫੈਕਟ ਹੈ। ਤਾਂ ਸ਼ਾਇਦਵਾਦ ਹੋ ਗਿਆ। ਸ਼ਾਇਦਵਾਦ ਮਤਲਬ ਹੁੰਦਾ ਕਿ ਸ਼ਾਇਦ ਯਾਨੀ ਕਿ ਪ੍ਰੈਡਿਕਸ਼ਨ, ਕਿ ਕੁਛ ਵੀ ਹੋ ਸਕਦਾ, ਆਪਾਂ ਕਹਿ ਸਕਦੇ ਹਾਂ ਕਿ ਕੁਛ ਵੀ ਹੋ ਸਕਦਾ, ਕੱਲ੍ਹ ਕੁਛ ਵੀ ਹੋ ਸਕਦਾ, ਠੀਕ ਹੈ ਜੀ। ਤਾਂ ਉਹ ਸ਼ਾਇਦਵਾਦ ਹੈ। ਆਪਾਂ ਸ਼ਾਇਦ ਦੀ ਇੱਥੇ ਥਿਊਰੀ ਵਰਤੀ ਜਾਂਦੀ ਹੈ ਕਿ ਆਪਾਂ ਨੂੰ ਕੁਛ ਵੀ ਨਹੀਂ ਪਤਾ ਕਿ ਕੱਲ੍ਹ ਕੀ ਹੋਣਾ, ਤਾਂ ਇਹ ਸ਼ਾਇਦਵਾਦ ਦੇ ਵਿੱਚ ਆਉਂਦਾ। ਰਾਈਟ ਕੰਡਕਟ ਦੇ ਵਿੱਚ ਤੁਹਾਡਾ ਆਉਂਦਾ ਅਹਿੰਸਾ, ਠੀਕ ਹੈ ਜੀ, ਜੀਵ ਹੱਤਿਆ ਨਹੀਂ ਕਰਨੀ ਤੁਸੀਂ। ਅਹਿੰਸਾ, ਜਿਵੇਂ ਕਿ ਗਾਂਧੀ ਜੀ ਆਪਣਾ ਅਹਿੰਸਾ ਦਾ ਜੀਵਨ ਜਿਉਂਦੇ ਸੀ, ਤਾਂ ਉਹ ਵੀ ਜੈਨਿਜ਼ਮ ਦਾ ਮਾੜਾ ਮੋਟਾ ਮਤਲਬ ਇਹ ਕਰਦੇ ਹੋਣੇ ਫੋਲੋ, ਠੀਕ ਹੈ ਜੀ। ਤਾਂ ਇਹ ਆਪਾਂ ਕਹਿ ਸਕਦੇ ਹਾਂ ਅਹਿੰਸਾ, ਠੀਕ ਹੈ ਜੀ। ਸੱਤਿਆ ਮਤਲਬ ਸੱਚ ਬੋਲਣਾ, ਹਮੇਸ਼ਾ ਇਹ ਨੋਰਮਲ ਹੈ, ਆਪਾਂ ਪੜ੍ਹਦੇ ਹੀ ਹਾਂ, ਹਰ ਇੱਕ ਗੁਰੂ ਨੇ ਇਹ ਆਪਾਂ ਨੂੰ ਸੱਚ ਬੋਲਣ ਬਾਰੇ ਦੱਸਿਆ, ਬਟ ਸਟਾਰਟਿੰਗ ਇਹਨਾਂ ਤੋਂ ਹੋਈ ਹੈ। ਆਪਾਂ ਅਸੱਤਿਆ, ਠੀਕ ਹੈ ਜੀ, ਇਹ ਵੀ ਇਹਨਾਂ ਦੀ ਇੱਕ ਥਿਊਰੀ ਹੈ। ਅਪਹਰਿਗ੍ਰਾਹਾ, ਬ੍ਰਹਮਚਾਰੀਆ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਬ੍ਰਹਮਚਾਰੀ ਵਾਲਾ ਜੀਵਨ ਜਿਉਣਾ, ਕਿ ਮੈਰਿਜ ਨਹੀਂ ਕਰਾਉਣੀ, ਯਾਨੀ ਕਿ, ਠੀਕ ਹੈ ਜੀ, ਬ੍ਰਹਮਚਾਰੀ ਦਾ ਮਤਲਬ ਮੈਰਿਜ ਨਹੀਂ ਕਰਵਾਉਣੀ, ਠੀਕ ਹੈ ਜੀ। ਤਾਂ ਕਰਕੇ ਤੁਸੀਂ ਦੇਖੋਗੇ ਕਿ ਜ਼ਿਆਦਾਤਰ ਜਿਹੜੇ ਜੈਨਿਜ਼ਮ ਦੇ ਫੋਲੋਅਰ ਨੇ, ਜਿਹੜੇ ਰੀਅਲ ਆਪਾਂ ਕਹਿ ਸਕਦੇ ਹਾਂ ਕਿ ਫੋਲੋਅਰ ਨੇ, ਉਹ ਬ੍ਰਹਮਚਾਰੀ ਦਾ ਜੀਵਨ ਜਿਉਂਦੇ ਨੇ, ਠੀਕ ਹੈ ਜੀ। ਤਾਂ ਬ੍ਰਹਮਚਾਰੀ ਮਤਲਬ ਮੈਰਿਜ ਨਹੀਂ ਕਰਵਾਉਣੀ, ਤੁਸੀਂ ਬਿਨਾਂ ਮੈਰਿਜ ਤੋਂ ਰਹਿਣਾ। ਤਾਂ ਇਹ ਚੀਜ਼ਾਂ ਨੇ, ਠੀਕ ਹੈ ਜੀ। ਤਾਂ ਇਹਨੂੰ ਤੁਸੀਂ ਡੀਪਲੀ ਵੀ ਪੜ੍ਹ ਸਕਦੇ ਹੋ, ਬਟ ਜ਼ਿਆਦਾ ਡੀਪਲੀ ਜਾਣ ਦੀ ਤੁਹਾਨੂੰ ਇੰਨੀ ਜ਼ਿਆਦਾ ਲੋੜ ਨਹੀਂ ਹੈ ਵੈਸੇ ਤਾਂ, ਬਟ ਤੁਹਾਨੂੰ ਇੰਨਾ ਕੁ ਪਤਾ ਹੋਣਾ ਚਾਹੀਦਾ ਕਿ ਕਿਹੜੇ ਕਿਹੜੇ ਅੱਗੇ ਇਹਨਾਂ ਦੇ ਸਬ ਪਾਰਟ ਨੇ। ਜਿਵੇਂ ਰਾਈਟ ਨੌਲੇਜ ਦੇ ਵਿੱਚ ਅਨੇਕਾਂਤਵਾਦ ਹੋ ਗਿਆ, ਨਿਆਂਵਾਦ ਹੋ ਗਿਆ, ਸ਼ਾਇਦਵਾਦ ਹੋ ਗਿਆ, ਠੀਕ ਹੈ ਜੀ। ਇਹਨਾਂ ਨੂੰ ਤੁਸੀਂ ਅੱਗੇ ਵੀ ਪੜ੍ਹ ਸਕਦੇ ਹੋ ਵੈਸੇ ਤਾਂ, ਜੇ ਡਿਟੇਲ 'ਚ, ਜੇ ਤੁਹਾਡਾ ਇੰਟਰਸਟ ਹੈ ਜੈਨਿਜ਼ਮ ਦੇ ਵਿੱਚ, ਤਾਂ ਤੁਸੀਂ ਪੜ੍ਹ ਸਕਦੇ ਹੋ, ਠੀਕ ਹੈ ਜੀ। ਤਾਂ ਰਾਈਟ ਕੰਡਕਟ ਬਸ, ਬਟ ਤੁਸੀਂ ਤ੍ਰਿਰਤਨ ਇਹ ਯਾਦ ਰੱਖਿਓ ਕਿ ਕਿਹੜੇ ਕਿਹੜੇ ਨੇ, ਇਹੀ ਪੁੱਛੇ ਜਾਂਦੇ ਨੇ ਜ਼ਿਆਦਾਤਰ ਪੇਪਰ ਦੇ ਵਿੱਚ। ਬਸ ਇੰਨਾ ਕੁ ਤੁਹਾਨੂੰ ਜਿਹੜੀ ਇਹੋ ਨੌਲੇਜ ਹੋਣੀ ਚਾਹੀਦੀ ਹੈ। ਅਗਲਾ ਜਿਹੜਾ ਆਪਾਂ ਪੁਆਇੰਟ ਆਪਣਾ, ਸਪਰੈਡ ਆਫ ਜੈਨਿਜ਼ਮ, ਮਤਲਬ ਜੈਨਿਜ਼ਮ ਨੂੰ ਅੱਗੇ ਕਿਵੇਂ ਫੈਲਾਇਆ ਗਿਆ। ਤਾਂ ਮਹਾਵੀਰ ਨੇ ਇੱਕ ਸੰਘਾ ਬਣਾਇਆ, ਸੰਘਾ ਯਾਨੀ ਕਿ ਸੰਘ ਯਾਨੀ ਕਿ ਇੱਕ ਗਰੁੱਪ, ਠੀਕ ਹੈ ਜੀ। ਮੰਕਸ ਐਂਡ ਨਨਸ ਟੂ ਸਪਰੈਡ ਜੈਨਿਜ਼ਮ। ਇੱਕ ਮੰਕਸ ਹੁੰਦੇ ਨੇ, ਇਹ ਵੀ ਜੈਨਿਜ਼ਮ ਦੇ ਭਗਤ ਹੁੰਦੇ ਨੇ, ਅਤੇ ਨਨਸ ਵੀ ਜੈਨਿਜ਼ਮ ਦੇ ਭਗਤ ਹੁੰਦੇ ਨੇ। ਤਾਂ ਇਹ ਸੰਘ ਬਣਾਏ ਗਏ ਅਲੱਗ ਅਲੱਗ, ਤਾਂ ਇਹਨਾਂ ਨੇ ਜੈਨਿਜ਼ਮ ਨੂੰ ਅੱਗੇ ਵਧਾਇਆ, ਠੀਕ ਹੈ ਜੀ। ਅਗਲਾ ਆਪਾਂ ਪੁਆਇੰਟ ਪੜ੍ਹਦੇ ਹਾਂ, ਚੰਦਰਗੁਪਤ ਮੌਰੀਆ, ਚਾਲੁਕਿਆ ਵੰਸ਼, ਰਾਸ਼ਟਰਕੂਟ, ਠੀਕ ਹੈ ਜੀ, ਪੈਟਰੋਨਾਈਜ਼ ਜੈਨਿਜ਼ਮ। ਤਾਂ ਇਹਨਾਂ ਬੰਦਿਆਂ ਨੇ ਵੀ, ਮਤਲਬ ਇਹਨਾਂ ਰਾਜਾ ਮਹਾਰਾਜਾ ਨੇ ਵੀ ਜੈਨਿਜ਼ਮ ਨੂੰ ਫੋਲੋ ਕੀਤਾ। ਜਿਵੇਂ ਕਿ ਚੰਦਰਗੁਪਤ ਮੌਰੀਆ, ਇਹ ਪੁੱਛਿਆ ਜਾ ਸਕਦਾ ਤੁਹਾਨੂੰ, ਚੰਦਰਗੁਪਤ ਮੌਰੀਆ, ਚਾਲੁਕਿਆ ਵੰਸ਼ ਦੇ ਜਿੰਨੇ ਵੀ ਰਾਜੇ ਸੀ, ਰਾਸ਼ਟਰਕੂਟ ਉਸ ਟਾਈਮ 'ਤੇ ਜਿੰਨੇ ਵੀ ਪੈਰਲਲ ਮਤਲਬ ਰਾਜੇ ਮਹਾਰਾਜੇ ਚੱਲ ਰਹੇ ਸੀ, ਤਾਂ ਇਹਨਾਂ ਨੇ ਵੀ ਜੈਨਿਜ਼ਮ ਨੂੰ, ਇੰਨਾ ਕੁ ਪ੍ਰਭਾਵ ਜੈਨਿਜ਼ਮ ਦਾ ਪਿਆ ਸੀ ਉਸ ਟਾਈਮ 'ਤੇ ਕਿ ਇਹ ਸਾਰੇ ਇਹਨਾਂ ਦੇ ਫੋਲੋਅਰ ਬਣ ਗਏ ਸੀ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਮੈਨੀ ਮੰਕਸ ਲੈਡ ਬਾਏ ਭੱਦਰਬਾਹੂ ਐਂਡ ਚੰਦਰਗੁਪਤ ਮੌਰੀਆ, ਠੀਕ ਹੈ ਜੀ। ਤਾਂ ਲੈਡ ਬਾਏ ਮਤਲਬ ਲੀਡ ਕੀਤਾ ਸੀ ਇਹਨਾਂ ਨੇ, ਲੀਡਰ ਜਿਹੜੇ ਸੀਗੇ, ਇੱਕ ਤਾਂ ਚੰਦਰਗੁਪਤ ਮੌਰੀਆ ਸੀ, ਇਹ ਜੈਨਿਜ਼ਮ ਦਾ ਇੱਕ ਵਧੀਆ ਫੋਲੋਅਰ ਰਿਹਾ। ਇੱਕ ਸੀਗਾ ਭੱਦਰਬਾਹੂ ਵੀ ਮਤਲਬ ਬਹੁਤ ਵੱਡਾ ਫੋਲੋਅਰ ਸੀ ਜੈਨਿਜ਼ਮ ਦਾ। ਤਾਂ ਜ਼ਿਆਦਾਤਰ ਮੰਕਸ ਇਹਨਾਂ ਨੇ ਮਤਲਬ ਲੀਡ ਕੀਤੇ ਨੇ, ਇਹ ਆਪਾਂ ਕਹਿ ਸਕਦੇ ਹਾਂ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਸਥੂਲਬਾਹੂ ਚੇਂਜ ਦੀ ਕੋਡ ਆਫ ਕੰਡਕਟ ਆਫ ਮੰਕਸ ਐਂਡ ਸਟਾਰਟਡ ਕਵਰਿੰਗ ਦੇਅਰ ਬੋਡੀਜ਼ ਵਿਦ ਵਾਈਟ ਕਲੋਥ। ਤਾਂ ਇੱਕ ਸਥੂਲਬਾਹੂ ਆਇਆ ਸੀ ਜੈਨਿਜ਼ਮ ਦਾ ਫੋਲੋਅਰ, ਤਾਂ ਇਹਨੇ ਥੋੜ੍ਹਾ ਜਿਹਾ ਮਤਲਬ ਕਨਸੈਪਟ ਹੈ ਜਿਹੜਾ ਉਹ ਚੇਂਜ ਕਰਤਾ ਸੀ, ਕੋਡ ਆਫ ਕੰਡਕਟ ਕਰਤਾ ਸੀ ਚੇਂਜ ਮੰਕਸ ਦਾ, ਠੀਕ ਹੈ ਜੀ। ਮਤਲਬ ਇਹਨਾਂ ਨੇ ਕਹਿਤਾ ਸੀ ਕਿ ਜਿਹੜੀ ਤੁਸੀਂ ਆਪਦੇ ਕੱਪੜੇ ਪਾਉਣੇ ਨੇ, ਉਹ ਕਿਹੜੇ ਪਾਉਣੇ ਨੇ, ਚਿੱਟੇ ਰੰਗ ਦੇ, ਵਾਈਟ ਕਲੋਥ ਪਾਉਣੇ ਨੇ, ਠੀਕ ਹੈ ਜੀ। ਤਾਂ ਉਹ ਕਿਹਨੇ ਚੇਂਜ ਕੀਤਾ ਸੀ, ਸਥੂਲਬਾਹੂ ਨੇ, ਇਹ ਯਾਦ ਰੱਖਣਾ ਤੁਸੀਂ,
बहुत इंपॉर्टेंट पॉइंट है तुहाडा। अगला जिहड़ा अपना पॉइंट है श्वेतांबर। श्वेतांबर का मतलब है हू वीयर वाइट क्लोथ्स। श्वेतांबर का मतलब है जिहड़े चिट्टे कपड़े पहनते हैं उन्होंने की कहते हैं श्वेतांबर। जिहड़े दिगंबर होंगे ने वो नेकड मतलब विदाउट क्लोथ्स होंगे, हुण जिन्हें आप नांगे मतलब नंगे भी आप कह सकते हैं, ठीक है जी। विदाउट क्लोथ्स होंगे ने कि अपने शरीर के उत्ते कोई कपड़ा नहीं पहनते हो, तो वो दिगंबर होंगे ने, उन्होंने दिगंबर कहा जाता है। श्वेतांबर होंगे ने जिहड़े वो वाइट क्लोथ पहनते हैं, चिट्टे कपड़े। ये तुसीं याद रखियो, ये जैनिज़म दे विच जैन धर्म के फॉलोअर होंगे ने। इस तो बाद तुहानूं जैनिज़म दीयां कौंसल्स पुछियां जा सकदियां ने, ठीक है जी। तो फस्ट जिहड़ी कौंसल हुई सी, हुई सी पाटलीपुत्रा दे विच। तां किहने कीती सी? सथुलबाहु ने। लीडर ऑफ श्वेतांबर इन दी बिगनिंग ऑफ 3rd सेंचुरी BC। तो ये श्वेतांबर जिहड़े चिट्टे कपड़े पहनते जैनिज़म के जिहड़े फॉलोअर ने, उन्हां दा ही लीडर हैगा सथुलबाहु। तो इहने पाटलीपुत्रा विखे ये मीटिंग रखी सी। मीटिंग ये बहुत इंपॉर्टेंट है, तुहानूं पता होनी चाहिए है। सैकेंड जिहड़ी मीटिंग हुई सी वो हुई सी वल्लभी गुजरात दे विच, ठीक है जी। वल्लभी गुजरात दे विच 5th सेंचुरी BC दे विच हुई सी। कंपलीशन ऑफ जैन लिटरेचर 12 अंग दे विच जिहड़ा जैन लिटरेचर है वो लिखिया गया सी। ये तुसीं याद रखना। तो इन्हां दा कंपाइलेशन किया गया सी जैन लिटरेचर का। तो जिहड़ी वल्लभी दे विच गुजरात दे विच हुई है, ठीक है जी। तुहानूं पता होना चाहिए। जिहड़ा अपना लास्ट पॉइंट अज दा, जैन लिटरेचर कई बार तुहानूं पुछ लैंदे ने कि किहड़ी भाषा दे विच लिखिया गया। तो एक तो यह अर्धमागधी दे विच लिखिया गया, एक प्राकृत दे विच लिखिया गया। एक अर्धमागधी ते एक प्राकृत डायलैक्ट दे विच ये जिहड़ा इन्हां दा लिटरेचर है जैनिज़म का लिखिया गया। तो ये अपना जिहड़ा अज दा अपना जैनिज़म का जिहड़ा अपना पार्ट है वो अपना कंप्लीट होंदा है, ठीक है जी। एक एक पॉइंट तुसीं पूरे डिटेल दे विच पढ़ना है, ठीक है जी। वैसे तो आप सारे जिन्ने भी पॉइंट है जैनिज़म के तुहानूं डिटेल दे विच करवा दित्ते ने, बट जे तुहाडा रह गया तो तुसीं वो भी तुसीं मतलब आपां अगे करवा सकते हैं। जे अपने कमेंट सैक्शन दे विच तुसीं राय जरूर दिओ कि जिहड़ा पार्ट तुहाडा रहिंदा, ठीक है। जे तुहानूं लगदा है कि साडा ये पार्ट इहदे विचों रह गया तो आप अगे करवा दांगे। बट मेरे वालों मैं ये सारा मतलब तुहानूं जिन्ना भी जैनिज़म का निचोड़ है वो तुहाडे अगे रख दित्ता है, ठीक है जी। इस तो बाहर तुहानूं एक भी फैक्ट नहीं आऊगा, एक भी क्वेश्चन जैनिज़म दे विचों नहीं आऊगा, क्योंकि ये पूरे का पूरा निचोड़ है, ठीक है जी। तो ये तुसीं इन्हां दी टीचिंग्स जरूर पढ़िओ, त्रिरत्न इन्हां दे जरूर पढ़िओ, ठीक है जी। तो अगे इन्हां दे सब पार्ट ने जिहड़े वो भी तुसीं, बट इन्हां दी तुहानूं ये नहीं कि तुहानूं परिभाषा पुछणगे। जिहड़े इन्हां दे सब पार्ट ने इन्हां दी परिभाषा आउण दे बहुत घੱਟ चांस ने, बट त्रिरत्न बहुत पुछदे ने कि त्रिरत्न किहड़े-किहड़े ने, ठीक है जी। त्रिरत्न दे विचों ही क्वेश्चन तुहानूं आऊगा जे आया तो, क्योंकि आपां ये नहीं कि आपां कोई जैनिज़म दे उत्ते आपां कोई PhD कर रहे हैं, तो आपां सिर्फ SST मास्टर कैडर नूं ध्यान दे विच रख के आपां पढ़ रहे हैं। इसलिए तुसीं सिर्फ त्रिरत्न पढ़ लेना तो ये सब पार्ट के उत्ते थोड़ी निगाह मार लेना, ठीक है जी। इन्ना तुहाडे लई इनफ है। तो ये अपना जिहड़ा जैनिज़म है वो अपना सारा हो गया, ठीक है जी। एक एक पॉइंट तुसीं कापी पैन अपने नाल रखिया करो, इन्हूं नोट जरूर करिया करो, क्योंकि तुहाडे ये बहुत काम आउण वालीआं चीज़ां ने। सिर्फ SST मास्टर कैडर दे लई ही नहीं, सगों होर पेपरां दे विच जिन्हां दे विच भी तुहानूं हिस्टरी, पॉलिटी, जोग्राफी आउंदी है, उन्हां दे लई भी ये बहुत इंपॉर्टेंट है, ठीक है जी। तो अपने जिहड़े नोट्स है वो भी नाल दी नाल तुसीं बनाउंदे रहो। तो अपने जिहड़े ये SST मास्टर कैडर के जिहड़े अपने सैशन है सोमवार तो बुधवार नूं दुपहरे 2 वजे तुहानूं देखण नूं मिलिया करनगे, तो वीरवार नूं अपना जिहड़ा लूसेंट GK का अपना सैशन है वो अपलोड हुंदा 2 वजे। तो ये तुसीं अपने आउंदे रहणगे लगातार, तो जुड़े रहो अपने चैनल दे नाल। तो जेकर वीडियो चंगे लगदे वीडियो नूं लाइक जरूर कर दिया करो, ठीक है जी। तो कमेंट सैक्शन दे विच अपनी राय जरूर दे दिया करो। तो अज दी वीडियो तो आपां इत्थे ही एंड करदे हां। अज दी वीडियो देखण दे लई बहुत बहुत धन्नवाद।